ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੇਰਾ ਨਾਮ ਜਤਿੰਦਰ ਸਿੰਘ ਖਹਿਰਾ। ਪ੍ਰੋਗਰਾਮ ਪੰਜਾਬ ਅਬਰੋਡ ਔਰ ਹਰ ਵਾਰ ਦੀ ਤਰ੍ਹਾਂ ਮੇਰੇ ਨਾਲ ਨੇ ਅਰਵਿੰਦਰਪਾਲ ਸਿੰਘ ਜੀ, ਜੋ ਰਾਇਲ ਟਰੈਵਲ ਨਾਂ ਦੀ ਏਜੰਸੀ ਜਿਹੜੀ ਹੈ ਉਹ ਪਿਛਲੇ 21 ਸਾਲਾਂ ਤੋਂ ਚਲਾ ਰਹੇ ਨੇ। ਅੱਜ ਅਸੀਂ ਗੱਲ ਕਰਾਂਗੇ ਕਿ ਜਿਹੜੇ ਦੂਸਰੀਆਂ ਕੰਟਰੀਆਂ ਨੇ, ਯਾਨੀ ਕਿ ਹਰ ਕਿਸੇ ਦਾ ਸੁਪਨਾ ਹੁੰਦਾ ਹੈ ਕਿ ਅਮਰੀਕਾ, ਆਸਟ੍ਰੇਲੀਆ, ਕੈਨੇਡਾ ਸੈਟਲ ਹੋਵੇ, ਪਰ ਇਸ ਤੋਂ ਇਲਾਵਾ ਜਿਹੜੇ ਵੈਲਿਡ ਆਪਸ਼ਨ ਨੇ, ਜਿਨ੍ਹਾਂ ਦੇ ਉੱਤੇ ਕਮਾਈ ਦੇ ਵੀ ਚੰਗੇ ਸਾਧਨ ਨੇ, ਜਾਂ ਫਿਰ ਇਹ ਕਹਿ ਲਓ ਕਿ ਜ਼ਿੰਦਗੀ ਦੇ ਨਵੇਂ ਸਾਧਨ ਨੇ, ਉਹਨਾਂ ਬਾਰੇ ਅਸੀਂ ਗੱਲ ਕਰਾਂਗੇ। ਅਰਵਿੰਦਰ ਜੀ, ਆਪਾਂ ਹਮੇਸ਼ਾ ਗੱਲ ਕਰਦੇ ਹਾਂ ਇਹਨਾਂ ਤਿੰਨਾਂ ਮੁਲਕਾਂ ਬਾਰੇ, ਜੀ ਜੀ ਪਰ ਇਸ ਤੋਂ ਇਲਾਵਾ ਜੇ ਆਪਾਂ ਯੂਰਪ ਦੀ ਗੱਲ ਕਰੀਏ ਜਾਂ ਯੂਰਪੀ ਯੂਨੀਅਨ ਦੀ ਗੱਲ ਕਰ ਲਈਏ ਜਾਂ ਫਿਰ ਸ਼ੈਨਗਨ ਦੀ ਗੱਲ ਕਰ ਲਈਏ, ਉਹ ਕੀ ਹੈ? ਜਾਂ ਆਪਾਂ ਜੋ ਪਰਟੀਕੂਲਰਲੀ ਗੱਲ ਮੈਨੂੰ ਲੱਗਦਾ ਸ਼ੈਨਗਨ ਤੋਂ ਸ਼ੁਰੂ ਕਰਦੇ ਹਾਂ, ਤੇ ਸ਼ੈਨਗਨ ਵੀਜ਼ਾ ਜਾਂ ਸ਼ੈਨਗਨ ਹੈ ਕੀ? ਬਿਲਕੁਲ ਖਹਿਰਾ ਸਾਹਿਬ, ਸਭ ਤੋਂ ਪਹਿਲਾਂ ਤੇ ਯੂਰਪ ਤੇ ਬੇਸਿਕਲੀ ਰੀਜਨ ਆ ਕਿ ਜਿਹਨੂੰ ਅਸੀਂ ਯੂਰਪੀਅਨ ਰੀਜਨ ਕਹਿੰਦੇ, ਈਵਨ ਰਸ਼ੀਆ ਤੱਕ ਉਹਦਾ ਹਿੱਸਾ ਆ ਜੀ। ਸੋ ਯੂਰਪੀਅਨ ਯੂਨੀਅਨ ਜਿਹੜੀ ਹੈ ਬੇਸਿਕਲੀ ਉਹ ਟ੍ਰੇਡ ਬਲਾਕ ਆ। ਯੂਰਪੀਅਨ ਯੂਨੀਅਨ ਇੱਕ ਟ੍ਰੇਡ ਬਲਾਕ ਆ ਜਿਹਦੇ ਵਿੱਚ ਕਿ ਜਿੰਨੇ ਮੈਂਬਰ ਕੰਟਰੀਜ਼ ਨੇ ਉਹ ਇੱਕ ਦੂਜੇ ਨਾਲ ਬਹੁਤ ਸਾਰੀਆਂ ਸੇਵਾਵਾਂ ਦਾ ਆਦਾਨ ਪ੍ਰਦਾਨ ਕਰਦੇ ਆ ਜੀ। ਸੋ ਇਹ ਤੁਸੀਂ ਇਹਨੂੰ ਅਗਰ ਛੋਟੇ ਰੂਪ 'ਚ ਸਮਝਣਾ ਤੇ ਇਹ ਜਿੱਦਾਂ ਇੱਕ ਤੁਸੀਂ ਮਾਰਕੀਟ ਕਮੇਟੀ ਆ ਜਾਂ ਇੱਕ ਲਾਈਕ ਲੋਕਲ ਐਸੋਸੀਏਸ਼ਨ ਹੈ ਕਿਸੇ ਵੀ ਮਾਰਕੀਟ ਦੀ, ਇਹ ਉਹਦੇ ਵਾਂਗੂ ਆ ਕਿ ਅਸੀਂ ਆਪਸ 'ਚ ਸਮਾਨ ਇੱਕ ਦੂਜੇ ਤੋਂ ਲਵਾਂਗੇ, ਟੈਕਨੋਲੋਜੀ ਇੱਕ ਦੂਜੇ ਤੋਂ ਲਵਾਂਗੇ, ਕੋਈ ਸੁੱਖ ਸੁਵਿਧਾ ਦੀ ਲੋੜ ਆ ਤਾਂ ਅਸੀਂ ਸਭ ਤੋਂ ਪਹਿਲਾਂ ਆਪਸ ਨਿਬੜਾਂਗੇ ਤੇ ਫਿਰ ਕਿਸੇ ਤੀਜੀ ਧਿਰ ਦੀ ਗੱਲ ਕਰਾਂਗੇ। ਸੋ ਇਹਨੂੰ ਕਹਿੰਦੇ ਨੇ ਯੂਰਪੀਅਨ ਯੂਨੀਅਨ। ਯੂਰਪੀਅਨ ਯੂਨੀਅਨ ਬੇਸਿਕਲੀ ਇੱਕ ਟ੍ਰੇਡ ਬਲਾਕ ਆ, ਸੋ ਇਹ ਟ੍ਰੇਡਿੰਗ ਦੇ ਲਈ ਮਸ਼ਹੂਰ ਆ। ਸੋ ਤੀਸਰਾ ਜਿਹੜਾ ਸੀਗਾ ਜਿਹਨੂੰ ਅਸੀਂ ਸ਼ੈਨਗਨ ਕਹਿੰਦੇ ਆ, ਸ਼ੈਨਗਨ ਬੇਸਿਕਲੀ ਉਹ ਰੀਜਨ ਆ ਜਿਹਦੇ ਮੈਂਬਰ ਕੰਟਰੀਜ਼ ਇਸ ਕੰਮ ਤੇ ਮੰਨ ਗਏ ਕਿ ਸਾਡੇ ਵਿੱਚ ਜਿਹੜੇ ਬਾਰਡਰਸ ਆ ਉਹ ਵੀ ਖਤਮ ਹੋ ਜਾਣ। ਪਹਿਲਾਂ ਦੇਖੋ ਜਿਹੜੇ ਯੂਰਪੀਅਨ ਯੂਨੀਅਨ 'ਚ ਉਹਨਾਂ ਨੇ ਇਕਨੋਮਿਕ ਬਾਰਡਰਸ ਹਟਾਤੇ ਕਿ ਮੇਰਾ ਟਰੱਕ ਇੱਥੋਂ ਉੱਧਰ ਜਾ ਰਿਹਾ ਤਾਂ ਉਹ ਤੇ ਰੋਕ ਨਾ ਹੋਵੇ ਜੀ। ਉਸ ਤੋਂ ਬਾਅਦ ਉਹਨਾਂ ਨੇ ਜਿਹੜੇ ਇਕਨੋਮਿਕ ਬਾਰਡਰ ਦੇ ਨਾਲ ਫਿਜ਼ੀਕਲ ਬਾਰਡਰ ਵੀ ਹਟਾ ਦਿੱਤੇ ਕਿ ਆਹ ਸਾਡੀ ਸੀਮਾ ਰੇਖਾ ਸੀ, ਕਿਉਂਕਿ ਅਸੀਂ ਸਾਡੀ ਤੇ ਜਿਹੜੀ ਬੈਕਗ੍ਰਾਉਂਡ ਇਦਾਂ ਦੀ ਆ ਵੀ ਅਸੀਂ ਤਾਂ ਹਾਲੇ ਤੱਕ ਲਕੀਰਾਂ ਪਿੱਛੇ ਫਸਦੇ ਆ ਜੀ। ਅਸੀਂ ਕਹਿੰਦੇ ਜੀ ਇਹ ਸਾਡਾ ਹਿੱਸਾ, ਗੁਆਂਢੀ ਸਾਡਾ ਆ ਕੇ ਕਹਿੰਦਾ ਨਹੀਂ ਜੀ ਸਾਡਾ ਹਿੱਸਾ ਜੀ। ਸੋ ਯੂਰਪ ਉਸ ਤੋਂ ਕਿਤੇ ਗਾਂਹ ਨਿਕਲ ਗਿਆ, ਸੋ ਉਹਨਾਂ ਨੇ ਇਹ ਲਕੀਰਾਂ ਹੀ ਮਿਟਾਤੀਆਂ ਜੀ। ਸੋ ਉਹਦੇ ਨਾਲ ਫਾਇਦਾ ਕੀ ਆ ਕਿ ਕਿਸੇ ਵੀ ਇੱਕ ਮੁਲਕ ਦੇ ਵਿੱਚ ਇੱਕ ਅਗਰ ਟੂਰਿਸਟ ਆਉਂਦਾ ਆ, ਸੋ ਉਹਦਾ ਫਾਇਦਾ ਹੈ ਕਿ ਉਹ ਇਕੱਲਾ ਇੱਕ ਨਾਲ ਹੋ ਕੇ ਬਾਕੀਆਂ ਦੇ ਵਿੱਚ ਵੀ ਆ ਕੇ ਪੈਸੇ ਖਰਚ ਸਕੇ ਜੀ। ਕਿਉਂਕਿ ਟੂਰਿਜ਼ਮ ਬਹੁਤ ਵੱਡਾ ਮੋਬਿਲਾਈਜ਼ਿੰਗ ਫੈਕਟਰ ਹੈ। ਟੂਰਿਜ਼ਮ ਉਹ ਚੀਜ਼ ਆ ਜਿਹਦੇ ਨਾਲ ਕਿ ਕਿਸੇ ਵੀ ਮੁਲਕ ਦੀ ਤੁਸੀਂ ਕਹੋ ਵੀ ਇਕਨੋਮੀ ਨੂੰ ਬਦਲਿਆ ਜਾ ਸਕਦਾ। ਜਿੱਦਾਂ ਆਪਾਂ ਪਿੱਛੇ ਵੀ ਦੱਸਿਆ ਸੀ, ਥਾਈਲੈਂਡ, ਮਲੇਸ਼ੀਆ, ਸਿੰਗਾਪੁਰ, ਇੰਡੋਨੇਸ਼ੀਆ, ਹਾਂਗਕਾਂਗ, ਦੁਬਈ, ਇਹ ਸਾਰੇ ਰਾਤੋਂ ਰਾਤ ਵਧੇ ਨੇ ਸਿਰਫ ਟੂਰਿਜ਼ਮ ਕਰਕੇ। ਸੋ ਸ਼ੈਨਗਨ ਦੇ ਵਿੱਚ ਹੁਣ ਜਿਹੜੇ ਮੇਜਰ ਕੰਟਰੀਜ਼ ਨੇ, ਇਟਲੀ, ਜਰਮਨੀ, ਫਰਾਂਸ, ਹਾਲੈਂਡ, ਬੈਲਜੀਅਮ, ਸਪੇਨ, ਪੁਰਤਗਾਲ, ਆਸਟਰੀਆ, ਆਲਮੋਸਟ ਤੁਸੀਂ ਸਵਿਟਜ਼ਰਲੈਂਡ, ਪੋਲੈਂਡ, ਹੁਣ ਚੈਕ, ਸਲੋਵਾਕ, ਆਲਮੋਸਟ ਜਿਹੜੇ 26 ਕੰਟਰੀਜ਼ ਨੇ ਜਿਹੜੇ ਹੁਣ ਇਹਦੇ ਮੈਂਬਰਸ ਨੇ ਜੀ। ਔਰ ਇਹਨਾਂ 26 ਦੇ ਵਿੱਚੋਂ ਵੀ 15 ਕੰਟਰੀਜ਼ ਨੇ ਜਿਨ੍ਹਾਂ ਨੇ ਜਿਹੜੀ ਸਿੰਗਲ ਕਰੰਸੀ ਟ੍ਰੇਡਿੰਗ ਰੱਖੀ ਆ, ਜਿਹਨੂੰ ਅਸੀਂ ਯੂਰੋ ਟ੍ਰੇਡਿੰਗ ਕਹਿੰਦੇ ਆ। ਸੋ ਜਿਹੜੇ ਪਹਿਲੇ ਦੌਰ 'ਚ ਸ਼ਾਮਲ ਹੋਏ ਸੀਗੇ 15 ਕੰਟਰੀ ਸੀਗੇ, ਉਹਨਾਂ ਨੇ ਆਪਣੀ ਕਰੰਸੀ ਤੱਕ ਸੇਮ ਰੱਖੀ। ਸੋ ਜਿਹੜੇ ਉਸ ਤੋਂ ਮਗਰ ਜਿਹੜੇ ਨਾਲ ਐਡ ਆਨ ਹੋਏ ਆ, ਉਹ ਸਭ ਨੇ ਕਰੰਸੀ ਨਾਲ ਡੂਅਲ ਰੱਖੀ, ਕਿਉਂਕਿ ਜੋ ਹਾਲਾਤ ਪਿੱਛੇ ਜੇ ਗ੍ਰੀਸ ਦਾ ਹੋਇਆ ਜਾਂ ਇਟਲੀ ਦਾ ਹੋਇਆ, ਉਸ ਕਰਕੇ ਇੱਕਦਮ ਇਕਨੋਮਿਕ ਇੰਬੈਲੈਂਸ ਨਾ ਹੋਵੇ। ਸੋ ਹੁਣ ਫਾਈਨਲੀ ਉਹਨੇ ਵੀ ਇੱਥੇ ਵੜਨਾ ਕਿੱਦਾਂ ਆ, ਇੱਥੇ ਪਹੁੰਚਣਾ ਕਿੱਦਾਂ ਆ, ਜਾਂ ਇੱਥੇ ਤੱਕ ਵੀਜ਼ਾਸ ਦਾ ਕੀ ਮਸਲਾ ਆ। ਸੋ ਜਿਹਨੂੰ ਅਸੀਂ ਸ਼ੈਨਗਨ ਵੀਜ਼ਾ ਕਹਿੰਦੇ ਆ, ਉਹ ਹੁੰਦਾ ਹੈ ਕਿ ਸ਼ਾਰਟ ਟਰਮ ਵੀਜ਼ਾ ਜਿਹੜਾ ਆ ਕਿਸੇ ਵੀ ਮੁਲਕ ਦਾ ਜੋ ਤੁਸੀਂ ਲੈਂਦੇ ਹੋ ਜਿੰਨੇ ਵੀ ਮੈਂਬਰ ਕੰਟਰੀਜ਼ ਦੇ ਵਿੱਚੋਂ, ਉਹਨੂੰ ਅਸੀਂ ਸ਼ੈਨਗਨ ਵੀਜ਼ਾ ਕਹਿੰਦੇ ਆ। ਅਗਰ ਤੁਸੀਂ ਕਿਸੇ ਮੁਲਕ ਦਾ ਲੌਂਗ ਟਰਮ ਵੀਜ਼ਾ ਲਓਗੇ, ਸ਼ੈਨਗਨ ਵੀਜ਼ਾ ਨਹੀਂ ਹੋਏਗਾ, ਉਹ ਫਿਰ ਨੈਸ਼ਨਲ ਵੀਜ਼ਾ ਹੋਏਗਾ। ਸਪੋਜ਼ ਕਰੋ ਤੁਸੀਂ ਕਿਤੇ ਪੜ੍ਹਾਈ ਲਈ ਚੱਲੇ ਹੋ, ਤੁਹਾਡੀ ਉੱਥੇ ਪੜ੍ਹਾਈ ਸਾਲ, 2 ਸਾਲ, 4 ਸਾਲ ਦੀ ਆ, ਸੋ ਇਹ ਫਿਰ ਸ਼ੈਨਗਨ ਹੀ ਵੀਜ਼ਾ ਦੀ ਟਰੀਟੀ ਦੇ ਅੰਡਰ ਨਹੀਂ ਆਉਂਦਾ। ਇਹ ਫਿਰ ਨੈਸ਼ਨਲ ਵੀਜ਼ਾ ਹੈ ਕਿ ਤੁਸੀਂ ਸਿੱਧੇ ਉਸ ਮੁਲਕ ਲਈ ਚੱਲੇ ਹੋ। ਹਾਂ, ਉਹਦੇ ਨਾਲ ਤੁਸੀਂ ਬਾਕੀ ਕੰਟਰੀਜ਼ ਵਿੱਚ ਕੁਝ ਸਮੇਂ ਬਾਅਦ ਜਦੋਂ ਤੁਹਾਡਾ ਉੱਥੇ ਜਾ ਕੇ ਟੈਂਪਰੇਰੀ ਰੈਜ਼ੀਡੈਂਟ ਕਾਰਡ ਬਣ ਜਾਂਦਾ ਆ, ਜੋ ਕਿ 2-3 ਮਹੀਨੇ ਦੇ ਵਿੱਚ, ਫਿਰ ਤੁਸੀਂ ਕਿਤੇ ਵੀ ਆ ਜਾ ਸਕਦੇ ਹੋ, ਜਿਹੜੀਆਂ ਸ਼ੈਨਗਨ ਦੇ ਅੰਦਰ, ਹਾਂ, ਜਿਹਨੂੰ ਅਸੀਂ ਸ਼ੈਨਗਨ ਕੰਟਰੀਜ਼ ਕਹਿੰਦੇ ਹਾਂ। ਸੋ ਇੱਥੇ ਜਿਹੜਾ ਸ਼ਾਰਟ ਟਰਮ ਵੀਜ਼ਾ ਆ, ਜਿਹੜਾ ਬੇਸਿਕਲੀ ਵੱਧ ਤੋਂ ਵੱਧ 90 ਦਿਨ ਦਾ ਹੁੰਦਾ ਹੈ, 3 ਮਹੀਨੇ ਦਾ ਹੁੰਦਾ ਹੈ, ਉਹਦੇ ਤਹਿਤ ਤੁਸੀਂ ਕਿਸੇ ਵੀ ਮੈਂਬਰ ਕੰਟਰੀ 'ਚ ਆਏ, ਉਸ ਤੋਂ ਬਾਅਦ ਤੁਸੀਂ ਦੂਸਰੇ ਕੰਟਰੀ ਜਾਣਾ, ਤੀਸਰੇ, ਚੌਥੇ, ਕਿਸੇ ਵੀ ਮੁਲਕ ਵਿੱਚ ਜਾਣਾ, ਤੁਹਾਨੂੰ ਕੋਈ ਐਡੀਸ਼ਨਲ ਵੀਜ਼ਾ ਨਹੀਂ ਚਾਹੀਦਾ ਜੀ। ਸੋ ਤੁਸੀਂ ਲੋਕਲ ਟ੍ਰੇਨ ਲਈ ਉਹ 4 ਮੁਲਕਾਂ 'ਚੋਂ ਲੰਘ ਕੇ, ਲਾਈਕ ਜਿਹਨੂੰ ਅਸੀਂ ਯੂਰੋ ਟ੍ਰੇਨਸ ਨੇ ਜੀ, ਸੋ 4 ਮੁਲਕ ਲੰਘ ਕੇ ਜਾ ਰਹੀਆਂ ਨੇ, ਸੋ ਕਿਤੇ ਕੋਈ ਬਾਰਡਰ ਚੈਕਿੰਗ ਜਾਂ ਕੋਈ ਸਿਕਿਉਰਿਟੀ ਚੈਕਿੰਗ ਇੱਦਾਂ ਦਾ ਨਹੀਂ ਹੈਗਾ। ਅੱਛਾ ਅਰਵਿੰਦਰ ਜੀ, ਜਦੋਂ ਆਪਾਂ ਗੱਲ ਕਰਦੇ ਹਾਂ, ਇਹ ਤਾਂ ਚਲੋ ਹੋ ਗਿਆ ਸ਼ਾਰਟ ਟਰਮ ਵੀਜ਼ਾ ਸ਼ੈਨਗਨ ਆ, ਪਰ ਜਦੋਂ ਤੁਸੀਂ ਗੱਲ ਕੀਤੀ ਕਿ ਜੇ ਨੈਸ਼ਨਲ ਵੀਜ਼ਾ ਲੈਣਾ ਹੈ ਤਾਂ ਉਹ ਜਾਂ ਤਾਂ ਫਿਰ ਤੁਸੀਂ ਸਟੂਡੈਂਟ ਜਾ ਰਹੇ ਹੋ, ਜਾਂ ਇਹਨਾਂ ਕੰਟਰੀਜ਼ ਦੇ ਵਿੱਚ ਤੁਸੀਂ ਫਿਰ ਪਰਮਾਨੈਂਟ ਰੈਜ਼ੀਡੈਂਸੀ ਦਾ ਕੋਈ ਸਕੋਪ ਹੁੰਦਾ ਹੈ? ਯੈਸ, ਇਹ ਹਾਲਾਂਕਿ ਸਵਾਲ ਆਪਾਂ ਐਂਡ ਤੇ ਡਿਸਕਸ ਕਰਨਾ ਸੀ, ਆਪਾਂ ਨੂੰ ਸ਼ੁਰੂ 'ਚ ਲੈ ਲੈਂਦੇ ਹਾਂ ਕਿ ਜਿਹਨੂੰ ਅਸੀਂ ਕਰੈਕਸ ਕਹਿੰਦੇ ਹਾਂ।
ਯੂਰਪੀਅਨ ਯੂਨੀਅਨ ਦਾ ਕਾਨੂੰਨ ਆ ਜਿਹਦੇ ਵਿੱਚ ਇੰਗਲੈਂਡ ਵੀ ਪਾਬੰਦ ਹੈ। ਇੰਗਲੈਂਡ ਹੁਣ 31 ਦਸੰਬਰ 2020 ਤੋਂ ਆਜ਼ਾਦ ਹੋ ਰਿਹਾ ਯੂਰਪੀਅਨ ਯੂਨੀਅਨ ਤੋਂ, ਜਾਂ ਵੱਖ ਹੋ ਰਿਹਾ, ਆਜ਼ਾਦ ਤਾਂ ਨਹੀਂ, ਖੈਰ ਆਜ਼ਾਦ ਕਹਿਣਾ ਅਲੱਗ ਵਰਡ, ਵੱਖ ਹੋ ਰਿਹਾ ਬਿਕੋਜ਼ ਯੂਰਪੀਅਨ ਯੂਨੀਅਨ ਤੁਸੀਂ ਅਗਰ ਟ੍ਰੇਡ ਬਲੌਕ ਆ, ਤੁਸੀਂ ਬਹੁਤ ਸਾਰਾ ਪੈਸਾ ਵੀ ਉਹਨੂੰ ਪੇ ਕਰਦੇ ਹੋ ਮੈਂਬਰ ਕੰਟਰੀਜ਼। ਸੋ ਇੰਗਲੈਂਡ ਨੂੰ ਲੱਗਦਾ ਸੀ ਉਹਦੇ ਲਈ ਘਾਟੇ ਦਾ ਸੌਦਾ, ਇਸ ਕਰਕੇ ਇੰਗਲੈਂਡ ਜਿਹੜੇ ਇੰਗਲੈਂਡੀਆਂ ਨੇ ਜਾਂ UK ਦੇ ਲੋਕਾਂ ਨੇ ਉਹਨੂੰ ਵੋਟ ਆਊਟ ਕੀਤਾ ਕਿ ਅਸੀਂ ਇਹਦੇ ਨਾਲ ਨਹੀਂ ਰਹਿਣਾ, ਯੂਰਪ ਦੇ ਵਿੱਚ ਯੂਰਪੀਅਨ ਯੂਨੀਅਨ 'ਚ ਨਹੀਂ ਰਹਿਣਾ। ਸੋ ਹੁਣ ਯੂਰਪ ਦੇ ਵਿੱਚ ਤਾਂ ਖੈਰ ਉਹ ਰਹਿਣਗੇ। ਸੋ ਯੂਰਪੀਅਨ ਯੂਨੀਅਨ ਦਾ ਰੂਲ ਆ ਕਿ ਤੁਸੀਂ ਅਗਰ 5 ਸਾਲ ਕੰਟੀਨਿਊਸਲੀ ਜੌਬ ਕਰ ਲਓ, ਕੰਮ ਕਰ ਲਓ, ਤੇ ਤੁਹਾਡੀ ਟੈਂਪਰੇਰੀ ਨਹੀਂ, ਤੁਹਾਡੀ ਪਰਮਾਨੈਂਟ ਰੈਜ਼ੀਡੈਂਸੀ ਹੋ ਜਾਂਦੀ ਹੈ। ਔਰ ਦੂਸਰਾ ਕਾਨੂੰਨ ਹੈ ਕਿ ਅਗਰ ਤੁਸੀਂ 10 ਸਾਲ ਕਿਸੇ ਵੀ ਮੁਲਕ ਵਿੱਚ ਚਾਹੇ ਇਲੀਗਲੀ ਵੀ ਰਹਿ ਗਏ, ਤੁਹਾਡਾ ਸਰਕਾਰ ਨੂੰ ਨਹੀਂ ਪਤਾ ਲੱਗਾ, ਤੁਸੀਂ ਇਲੀਗਲੀ ਵੀ ਰਹਿ ਗਏ, ਤਾਂ ਵੀ ਤੁਹਾਡੀ PR ਹੈ, ਤਾਂ ਵੀ ਪਰਮਾਨੈਂਟ ਰੈਜ਼ੀਡੈਂਸੀ ਆ। ਹੁਣ ਇਹਦੇ ਪਿੱਛੇ ਕਾਰਨ ਕੀ ਆ? ਕਾਰਨ ਅਗੇਨ ਉਹੀ ਜਿਹਨੂੰ ਅਸੀਂ ਕਹਿੰਦੇ ਹੁੰਦੇ ਕਿ ਬਾਣੀਆਂ ਪੁਣਾ, ਜਾਂ ਜਿਹਨੂੰ ਅਸੀਂ ਕਹਿੰਦੇ ਹੁੰਦੇ ਕਿ ਪਿਓਰ ਕਮਰਸ਼ੀਅਲਾਈਜੇਸ਼ਨ। ਐਗਜ਼ੈਕਟਲੀ। ਸੋ ਇੱਕ ਗਵਰਨਮੈਂਟ ਸੋਚਦੀ ਹੈ ਕਿ ਇੱਕ ਲਾਈਕ ਕੋਈ ਵੀ ਜੈਂਟਲਮੈਨ ਸਾਡੇ ਮੁਲਕ 'ਚ 10 ਸਾਲ ਰਹਿ ਗਿਆ, ਸਾਨੂੰ ਪਤਾ ਨਹੀਂ ਲੱਗਾ, ਔਰ ਇਹਨੇ ਸਾਰੇ ਰਿਸੋਰਸਿਸ ਇੱਥੋਂ ਦੇ ਯੂਟਿਲਾਈਜ਼ ਕੀਤੇ। ਸੋ ਅਗਰ ਅਸੀਂ ਉਹਨੂੰ ਔਨ ਰੋਲਸ ਲੈਂਦੇ ਹਾਂ, ਇਹ ਕੱਲ੍ਹ ਨੂੰ ਕੁਝ ਕਮਾਏਗਾ, ਕੁਝ ਵੀ ਕਰੇਗਾ, ਟੈਕਸੇਸ਼ਨ ਦੇਏਗਾ, ਤੇ ਸਰਕਾਰ ਦੀ ਹਿੱਸੇਦਾਰੀ ਵਿੱਚ ਵੀ ਕੋਈ ਨਾ ਕੋਈ ਵਾਧਾ ਹੋਏਗਾ। ਦੂਸਰੀ ਕੈਟਾਗਰੀ ਸੀ ਵਰਕ ਪਰਮਿਟ ਦੇ ਵਿੱਚ, ਕਿ ਜਿਹੜਾ ਪੁੱਤਰ ਕਮਾਊ ਆ, ਜਿਹੜਾ ਇੱਥੇ ਆ ਕੇ ਲਗਾਤਾਰ ਪੈਸੇ ਕਮਾ ਰਿਹਾ, ਔਰ ਅਗਰ ਅਸੀਂ ਉਹਨੂੰ ਰੋਕ ਦੇਵਾਂਗੇ, ਉਹ ਜਿਹੜੇ ਪੈਸੇ ਕਮਾ ਰਿਹਾ ਉਹ ਆਪਣੇ ਮੁਲਕ ਭੇਜਣੇ ਚਾਲੂ ਕਰ ਦੂਗਾ। ਸੋ ਕਿਤੇ ਨਾ ਕਿਤੇ ਨੂੰ ਇੱਕ ਕਿਰਨ ਦਿਖਾਈ ਜਾਂਦੀ ਕਿ ਤੂੰ ਇੱਥੇ ਗੱਡੀ ਲੈ, ਘਰ ਲੈ, ਇੱਥੇ ਵੱਡਾ ਘਰ ਕਰ, ਇੱਥੇ ਤੂੰ ਹੋਰ ਪ੍ਰਾਪਰਟੀ ਲੈ। ਅਗਰ ਇਫ ਯੂ ਆਰ ਮੇਕਿੰਗ ਮਨੀ, ਅਗਰ ਤੁਸੀਂ ਇੰਪਲੋਇਡ ਹੋ, ਸੋ ਤੁਹਾਡੇ ਕੋਲ ਪੈਸਾ ਆ, ਪੈਸਾ ਤਾਂ ਤੁਸੀਂ ਫਿਰ ਸੁੱਖ ਸਹੂਲਤਾਂ ਵੱਲ ਨੂੰ ਵੱਧ ਜਾਓ, ਤੇ ਅਗਰ ਤੁਸੀਂ ਇਸ ਪਾਸੇ ਨੂੰ ਚੱਲ ਜਾਂਦੇ ਹੋ ਤਾਂ ਤੁਹਾਨੂੰ PR ਮਿਲ ਗਈ। ਸੋ ਬੇਸਿਕ ਰੂਲ ਆ ਕਿ 5 ਸਾਲ ਜੌਬ ਜਾਂ 10 ਸਾਲ ਚਾਹੇ ਇਲੀਗਲ ਵੀ ਹੋਵੇ। ਅੱਛਾ, ਜਦੋਂ ਫਿਰ ਆਪਾਂ ਇਲੀਗਲ ਦੀ ਗੱਲ ਕਰਦੇ ਹਾਂ, ਜੇ 10 ਸਾਲ ਰਹਿ ਰਿਹਾ ਨਾ, ਤੇ ਉਹਦੇ ਕੋਲ ਕੀ ਪ੍ਰੂਫ ਹੁੰਦਾ ਹੈ ਕਿ ਉਹ ਇਲੀਗਲੀ ਉੱਥੇ ਸੀਗਾ? ਇਸ ਤੋਂ ਪਹਿਲਾਂ ਮੈਂ ਉਹਨੂੰ ਐਡ ਆਨ ਕਰਦਾ ਕਿ ਤੀਸਰਾ ਰੂਲ ਮੈਂ ਦੱਸਣਾ ਭੁੱਲ ਗਿਆ ਅਸਲ 'ਚ, ਜਿਹਨੂੰ ਯੂਰਪ 'ਚ ਅਸੀਂ ਬੋਲਦੇ ਹਾਂ W ਫੈਕਟਰ। W ਫੈਕਟਰ ਇਜ਼ ਈਦਰ ਵਰਕ ਔਰ ਵਾਈਫ, ਜਾਂ ਤੁਹਾਡਾ ਵਿਆਹ ਉੱਥੇ ਹੋਇਆ ਹੋਵੇ। ਸੋ ਇਹ ਪੂਰੀ ਦੁਨੀਆ ਦੇ ਵਿੱਚ ਤਕਰੀਬਨ ਰੂਲਸ ਨੇ ਕਿ ਈਦਰ ਵਰਕ ਔਰ ਵਾਈਫ, ਜਿਹੜੇ ਤੁਹਾਨੂੰ ਕਿਤੇ ਵੀ ਪੱਕੇ ਕਰ ਸਕਦੇ ਆ। ਸੋ ਮਾਫ ਕਰਨਾ, ਕੀ ਸਵਾਲ ਸੀ ਤੁਸੀਂ? ਮੇਰਾ ਸਵਾਲ ਇਹ ਸੀਗਾ ਕਿ ਜਦੋਂ ਤੁਸੀਂ ਕਹਿ ਰਹੇ ਹੋ ਕਿ 10 ਸਾਲ ਇਲੀਗਲੀ ਵੀ ਭਾਵੇਂ ਰਿਹਾ ਹੋਵੇ, ਫਿਰ ਜੇ ਅਸੀਂ ਇਲੀਗਲੀ ਦੀ ਗੱਲ ਕਰਦੇ ਹਾਂ, ਕਿਉਂਕਿ ਫਿਰ ਉਹ ਟੈਕਸ ਨਹੀਂ ਦੇ ਰਿਹਾ ਹੁੰਦਾ, ਜਾਂ ਫਿਰ ਉਹਦੇ ਜਿਹੜਾ ਅਕੋਮੋਡੇਸ਼ਨ ਹੈ ਉਹ ਪ੍ਰੋਪਰਲੀ ਤਰ੍ਹਾਂ ਲੀਗਲ ਨਹੀਂ ਹੁੰਦਾ, ਤੇ ਉਹਦੇ ਕੋਲ ਕੀ ਸਬੂਤ ਹੋਗਾ ਕਿ ਮੈਂ ਇੱਥੇ ਸੀਗਾ 10 ਸਾਲ? ਇਹ ਐਡਾ ਕਿ ਜ਼ਬਰਦਸਤ ਸਵਾਲ ਤੁਸੀਂ ਪੁੱਛਿਆ ਕਿ ਇਹਦੇ ਬਾਰੇ ਜਾਣਨਾ ਸਾਡਾ ਬਹੁਤ ਬਹੁਤ ਅਹਿਮ ਆ। ਸੋ ਅਕਸਰ ਤੁਸੀਂ ਸੁਣਿਆ, ਸੋ ਅਗਰ ਅਸੀਂ ਪੰਜਾਬੀਆਂ ਦੇ ਆਪਣੇ ਤਰੀਕੇ, ਆਪਣੇ ਸਮਝ ਨਾਲ ਸੋਚੀਏ, ਤੁਸੀਂ ਹਮੇਸ਼ਾ ਸੁਣਦੇ ਹੋ ਫਲਾਣੇ ਪੇਪਰ ਦੇ, ਫਲਾਣੇ ਮੁਲਕ ਦੇ ਪੇਪਰ ਨਿਕਲੇ, ਇਟਲੀ 'ਚ ਪੇਪਰ ਖੁੱਲ ਗਏ, ਸਪੇਨ 'ਚ ਪੇਪਰ ਖੁੱਲ ਗਏ, ਅੱਜ ਕੱਲ੍ਹ ਪੁਰਤਗਾਲ 'ਚ ਪੇਪਰ ਖੁੱਲ ਗਏ। ਇਹ ਪੇਪਰ ਖੁੱਲ ਗਏ ਵਾਲਾ ਕੀ ਮਸਲਾ ਆ? ਜਿੰਨੇ ਵੀ ਯੂਰਪ ਦੇ ਜਿਹੜੇ ਡਿਵੈਲਪਿੰਗ ਕੰਟਰੀਜ਼ ਆ, ਸੋ ਇਹਦੇ ਵਿੱਚ ਵੀ 2 ਤਰ੍ਹਾਂ ਦੇ ਮੁਲਕ ਨੇ। ਸੋ ਜਿਹੜੇ ਤੇ ਵੈਸਟਰਨ ਸਾਈਡ ਦੇ ਕੰਟਰੀਜ਼ ਨੇ, ਜਿੱਦਾਂ ਤੁਸੀਂ ਜਰਮਨੀ ਹੋ ਗਿਆ, ਹਾਲੈਂਡ ਹੋ ਗਿਆ, ਬੈਲਜੀਅਮ ਹੋ ਗਿਆ, ਜਾਂ ਲਾਈਕ ਜਿਹੜੇ ਇਸ ਕਤਾਰ ਦੇ ਲੋਕ ਨੇ, ਮੁਲਕ ਨੇ, ਉਹ ਸਾਰੇ ਫੁੱਲੀ ਡਿਵੈਲਪ ਨੇ। ਇਹ ਤੁਸੀਂ ਇਹਨਾਂ ਦੇ ਵਿੱਚ ਬਹੁਤ ਘੱਟ ਵੇਖੋਗੇ ਕਿ ਲੋਕਾਂ ਨੂੰ PR ਮਿਲਦੀ ਹੈ। ਸੋ ਜਿਹੜੇ ਈਸਟਰਨ ਸਾਈਡ ਦੇ ਕੰਟਰੀਜ਼ ਨੇ, ਜਿਹੜੇ ਅੱਜ ਦੱਸਿਆ ਸੀ, ਲਿਥੁਆਨੀਆ, ਸਲੋਵਾਕ, ਉਹ ਚੈਕ, ਲਾਈਕ ਇਹ ਸਾਰੇ ਕੰਟਰੀਜ਼ ਨੇ, ਇਹ ਸਾਰੇ ਹਾਲੇ ਡਿਵੈਲਪਿੰਗ ਕੰਟਰੀਜ਼ ਨੇ। ਸੋ ਇੱਥੇ ਕਿਸੇ ਨੂੰ, ਬਿਕੋਜ਼ ਉਹ ਇਦਾਂ ਦੇ ਕੰਟਰੀਜ਼ ਨੇ ਕਿ ਜਦੋਂ ਤੁਸੀਂ ਸੁਣਿਆ ਕਿ ਜਰਮਨ 'ਚ ਕਦੀ ਪੱਕਾ ਨਹੀਂ ਹੁੰਦਾ, ਬਿਕੋਜ਼ ਜਰਮਨ 100% ਇੱਕ ਇੱਟ ਵੀ ਚੱਕ ਕੇ ਦੂਜੇ ਪਾਸੇ ਰੱਖਣ ਵਾਲੀ ਨਹੀਂ, ਫੁੱਲੀ ਡਿਵੈਲਪ ਕੰਟਰੀ ਹੈ। ਸੋ ਤੁਸੀਂ ਜਾ ਕੇ ਉੱਥੇ ਪਟੀਸ਼ਨ ਪਾਉਂਦੇ ਹੋ, ਜੀ ਮੈਂ 10 ਸਾਲ ਹੋ ਗਏ ਇੱਥੇ ਰਹਿੰਦੇ ਨੂੰ। ਸੋ ਤੁਸੀਂ ਉੱਥੇ ਆ ਕੇ ਫਿੰਗਰ ਲਾਉਂਦੇ ਹੋ, ਕਹਿੰਦੇ ਨਹੀਂ ਭਾਜੀ ਤੈਨੂੰ ਤੇ 4 ਸਾਲ ਹੋਏ, ਇਸ ਤੋਂ ਪਹਿਲਾਂ ਤੂੰ ਇੱਥੇ ਸੀ, ਇਸ ਤੋਂ ਪਹਿਲਾਂ ਤੂੰ ਇੱਥੇ ਕੰਮ ਕੀਤਾ, ਤੂੰ ਬਾਅਦ 'ਚ ਇੱਥੇ ਆਇਆ। ਸੋ ਤੁਸੀਂ ਉਸ ਸਿਸਟਮ ਨੂੰ ਬੇਵਕੂਫ ਨਹੀਂ ਬਣਾ ਸਕਦੇ। ਸੋ ਸਪੋਜ਼ ਕਰੋ ਤੁਸੀਂ ਉਹੀ ਪੋਲੈਂਡ ਵਰਗੇ ਕੰਟਰੀਜ਼ ਦੇ ਵਿੱਚ ਕਿਤੇ ਜਾ ਕੇ ਤੁਸੀਂ ਸੇਮ ਚੀਜ਼ ਨੂੰ ਡਿਕਲੇਅਰ ਕਰਨਾ, ਤੁਸੀਂ ਉਹਨਾਂ ਨੂੰ ਵੀ ਛੱਡੋ, ਤੁਸੀਂ ਇੰਡੀਆ ਦਾ ਹਿਸਾਬ ਲਾਓ। ਸੋ ਤੁਹਾਨੂੰ ਅਗਰ ਕੋਈ 10-20 ਸਾਲ ਪੁਰਾਣਾ ਰਾਸ਼ਨ ਕਾਰਡ ਦਿਖਾ ਦੇਵੇ, ਤੁਸੀਂ ਕੀ ਕਰੋਗੇ ਉਹਨੂੰ? ਅਸੀਂ ਮੰਨ ਜਾਂਦੇ ਹਾਂ ਸੌਖੇ ਤਰੀਕੇ। ਸੋ ਤੁਸੀਂ ਨਾ ਉਹਨੂੰ ਕੋਈ ਵੈਰੀਫਾਈ ਕਰ ਪਾਓਗੇ, ਬਿਕੋਜ਼ ਇਲੈਕਟ੍ਰੋਨਿਕ ਡਾਟਾ ਹੋ ਗਿਆ ਸਾਰਾ, ਪੁਰਾਣੀਆਂ ਫਾਈਲਾਂ ਤੁਸੀਂ ਲੱਭ ਨਹੀਂ ਸਕਣੀਆਂ। ਸੋ ਕਿਤੇ ਨਾ ਕਿਤੇ ਤੁਸੀਂ ਉਹਨੂੰ ਆਨਰ ਕਰ ਲੈਂਦੇ ਹੋ। ਸੋ ਇਹੀ ਤਰੀਕਾ ਕਿਤੇ ਨਾ ਕਿਤੇ ਅਪਣਾਇਆ ਜਾਂਦਾ ਕਿ ਉਹਦੇ ਜਦੋਂ ਪੇਪਰ ਖੁੱਲ੍ਹ ਗਏ, ਤੁਹਾਨੂੰ ਉੱਥੇ ਲੋਕਲ ਏਜੰਟਸ ਲੱਭਦੇ ਨੇ ਕਿ ਜਿਹੜੇ ਪੇਪਰ ਭਰ ਦਿੰਦੇ ਨੇ, ਉਹ ਸਮਹਾਉ ਦੇ ਪ੍ਰੂਵ ਇਟ ਕਿ ਤੁਸੀਂ ਕਿਸੇ ਨਾ ਕਿਸੇ ਸਮੇਂ 'ਚ ਇੱਥੇ ਸੀ, ਤੁਹਾਡਾ ਕੋਈ ਪੁਰਾਣਾ ਕਾਗਜ਼ ਸੀ ਜਿਹਦਾ, ਔਰ ਇਦਾਂ ਦੇ ਕੋਈ ਕਾਗਜ਼ ਲੱਭੇ ਜਾਂਦੇ ਕਿ ਜਿਹਨੂੰ ਸਿਸਟਮ ਦੇ ਵਿੱਚ ਜਿਹੜੇ ਪ੍ਰੂਵ ਹੋ ਸਕਣ, ਲੂਪ ਹੋਲ ਬਣਾਇਆ ਜਾਵੇ। ਯੈਸ। ਸੋ ਅਲਟੀਮੇਟਲੀ ਉਹੀ ਚੀਜ਼ਾਂ ਕਿ ਉਹ ਸਿੱਧ ਕਰ ਦਿੰਦੇ ਨੇ ਕਿ ਤੁਸੀਂ ਇੱਥੇ ਪੁਰਾਣੇ ਹੋ, ਜਾਂ ਕੁਝ ਕੰਟਰੀਜ਼ ਦੇ ਵਿੱਚ ਅਗਰ ਜਿਹੜੇ ਐਨਸੈਸਟਰਸ ਤੁਹਾਡੇ ਪ੍ਰੂਵ ਕੀਤੇ ਜਾਂਦੇ ਕਿ ਤੁਹਾਡੇ ਵੱਡ ਵਡੇਰੇ ਕੋਈ ਨਾ ਕੋਈ ਇੱਥੇ ਰਹਿੰਦੇ ਸੀ, ਉਹਦੇ ਬੇਸ ਦੇ ਉੱਪਰ ਤੁਹਾਨੂੰ PR ਹੋ ਸਕਦੀ ਹੈ।
ਸੋ ਇਹ ਪੀਆਰ ਵਾਲਾ ਖੇਡ ਵੀ ਬਸ ਤੁਸੀਂ ਇੰਨਾ ਹੀ ਸੁਣਦੇ ਹੋ ਕਿ ਪੇਪਰ ਖੁੱਲੇ ਤਾਂ ਆ ਜਾਓ ਜੀ। ਫਿਰ ਤੁਸੀਂ ਫਾਈਨਲੀ ਵਕੀਲ ਕੋਲ ਜਾਂਦੇ ਹੋ, ਵਕੀਲ ਕਹਿੰਦਾ ਜੀ ਪੇਪਰ ਭਰਤੇ ਨਿਕਲ ਆਉਣਗੇ। ਸੋ ਸਾਨੂੰ ਜਿਹੜੀ ਪਿਛਲੀਆਂ ਸਟੋਰੀਜ਼ ਉਹ ਨਾ ਹੀ ਜਾਣੀਆਂ ਕਦੀ, ਨਾ ਸਾਨੂੰ ਉਹਨਾਂ ਦਾ ਪਤਾ ਆ। ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA, ਪ੍ਰੋਗਰਾਮ ਚੱਲ ਰਿਹਾ ਪੰਜਾਬ ਅਬਰੋਡ, ਔਰ ਇੱਥੇ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ। ਮਿਲਦੇ ਹਾਂ ਬ੍ਰੇਕ ਦੇ ਉਸ ਪਾਰ। ਪੰਜਾਬ ਮੇਲ USA presents ਇੱਕ ਮੁਲਾਕਾਤ। ਵਿਦੇਸ਼ਾਂ 'ਚ ਵਸਦੇ ਉਹ ਪੰਜਾਬੀ ਜਿਨ੍ਹਾਂ ਚੁੰਮੇ ਕਾਮਯਾਬੀ ਦੇ ਆਸਮਾਨ, ਜਿਨ੍ਹਾਂ ਦੇ ਸਿਰੜ ਨੂੰ ਜ਼ਮਾਨਾ ਕਰਦਾ ਹੈ ਸਲਾਮ। ਉਹਨਾਂ ਦੀ ਜ਼ਿੰਦਗੀ ਤੇ ਪ੍ਰਾਪਤੀਆਂ ਨਾਲ ਸਾਂਝ ਪਾਉਂਦਾ ਪ੍ਰੋਗਰਾਮ ਇੱਕ ਮੁਲਾਕਾਤ, ਸਿਰਫ ਪੰਜਾਬ ਮੇਲ USA ਚੈਨਲ ਤੇ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ। ਪ੍ਰੋਗਰਾਮ ਚੱਲ ਰਿਹਾ ਹੈ ਪੰਜਾਬ ਅਬਰੋਡ। ਅੱਛਾ, ਅਸੀਂ ਸ਼ੈਨਿੰਗਨ ਦੀ ਤੇ ਗੱਲ ਕਰ ਲਈ, ਔਰ ਤੁਸੀਂ ਕਹਿ ਰਹੇ ਸੀ ਕਿ ਜਰਮਨ ਜਿਹੜਾ ਹੈ ਪੂਰੀ ਤਰ੍ਹਾਂ ਡਿਵੈਲਪ ਕੰਟਰੀ ਹੈ। ਜੀ ਜੀ। ਫਿਰ ਜਰਮਨ ਦਾ ਬਹੁਤ ਵਾਰ ਅਸੀਂ ਦੇਖਦੇ ਹਾਂ ਇੱਥੇ ਸਾਡੇ ਲੋਕਲ ਏਜੰਟ ਕਹਿ ਲਓ, ਜਾਂ ਫਿਰ ਜਰਮਨ ਦੀ ਬਹੁਤ ਵਾਰ ਐਡ ਆਉਂਦੀ ਹੈ ਕਿ ਉਹ ਬਿਨਾਂ ਕਾਸਟ ਤੋਂ ਜਿਹੜਾ ਹੈ ਐਜੂਕੇਸ਼ਨ ਵੀਜ਼ਾ ਦੇ ਰਿਹਾ, ਜਾਂ ਫਿਰ ਐਜੂਕੇਸ਼ਨ ਜਿਹੜੀ ਆ ਉਹ ਫ੍ਰੀ ਆਫ ਕਾਸਟ ਹੈ ਉੱਥੇ। ਕੁਝ ਇਦਾਂ ਦੀਆਂ ਜਿਹੜੀਆਂ ਐਡਵਰਟਾਈਜ਼ਮੈਂਟ ਆਉਂਦੀਆਂ, ਉਹਦੇ ਬਾਰੇ ਦੱਸੋ ਕਿ ਜਰਮਨ ਵਾਕਈ ਇੱਦਾਂ ਕਰ ਰਿਹਾ? ਖੈਰਾ ਸਾਹਿਬ, ਜਰਮਨੀ ਪੁਰਾਣੇ ਜ਼ਮਾਨੇ ਦਾ ਅਮਰੀਕਾ ਆ ਜੀ। ਸੋ ਤੁਸੀਂ ਅੱਜ ਮੈਕਸੀਕੋ ਰੂਟ ਸੁਣਦੇ ਹੋ, ਬਟ ਕਿਸੇ ਜ਼ਮਾਨੇ 'ਚ ਮਾਸਕੋ ਰੂਟ ਹੁੰਦਾ ਸੀ ਜੀ। ਲੋਕੀ ਇੱਥੋਂ ਰਸ਼ੀਆ ਜਾਂਦੇ ਸੀ, ਮਾਸਕੋ ਤੋਂ ਫਿਰ ਜੰਗਲਾਂ ਥਾਣੀ ਹੋ ਕੇ ਪੜਾਅ ਦਰ ਜਰਮਨ ਪਹੁੰਚਦੇ ਜਰਮਨੀ ਪਹੁੰਚਦੇ ਸੀ। ਸੋ ਜਰਮਨੀ ਉਸ ਜ਼ਮਾਨੇ ਦਾ ਵੀ ਸਭ ਤੋਂ ਜਿਹਨੂੰ ਕਹਿੰਦੇ ਗਲੋਰੀਅਸ ਡੈਸਟੀਨੇਸ਼ਨ ਸੀਗਾ, ਸਭ ਤੋਂ ਸੋਹਣਾ ਡੈਸਟੀਨੇਸ਼ਨ ਸੀ। ਸੋ ਇਹਦੇ ਨਾਲ ਹਮੇਸ਼ਾ ਇੱਕ ਚੀਜ਼ ਜੁੜੀ ਰਹੀ ਜਿਹੜੀ ਆਪਾਂ ਹੁਣੇ ਡਿਸਕਸ ਕੀਤੀ ਕਿ ਜਰਮਨ ਪੱਕੇ ਨਹੀਂ ਕਰਦਾ ਸੀ। ਪੱਕੇ ਕਿਉਂ ਨਹੀਂ ਕਰਦਾ ਸੀ? ਬਿਕੋਜ਼ ਜਰਮਨ ਸੋਸ਼ਲ ਸਿਕਿਉਰਿਟੀ 'ਚ ਬਹੁਤ ਉੱਪਰ ਆ। ਜੀ। ਸੋ ਜਰਮਨ ਨੰਬਰ 1 ਕੰਟਰੀ ਆ ਸੋਸ਼ਲ ਸਿਕਿਉਰਿਟੀ ਦੇ ਵਿੱਚ, ਤੁਹਾਡੀ ਪਰਸਨਲ ਲਾਈਫ ਲਈ, ਤੁਹਾਡੀਆਂ ਬਿਲੋਂਗਿੰਗਸ ਲਈ, ਤੁਹਾਡੀਆਂ ਸੇਫਟੀ ਸਿਕਿਉਰਿਟੀ ਲਈ, ਹੈਲਥ ਕੇਅਰ ਨੂੰ ਲੈ ਕੇ। ਸੋ ਜਰਮਨ ਨੰਬਰ 1 ਕੰਟਰੀ ਆ ਪੂਰੀ ਦੁਨੀਆ ਦਾ ਇਨ ਸੋਸ਼ਲ ਸਿਕਿਉਰਿਟੀ। ਜੀ। ਯੂਰਪ ਦੀ ਜਰਮਨ ਨੰਬਰ 1 ਇਕਨੋਮੀ ਆ ਪੂਰੇ ਯੂਰਪ ਦੀ, ਈਵਨ ਇੰਗਲੈਂਡ ਤੋਂ ਵੱਡੀ ਇਕਨੋਮੀ ਆ। ਜੀ। ਔਰ ਪੂਰੀ ਦੁਨੀਆ ਦੀ 4th ਲਾਰਜੈਸਟ ਇਕਨੋਮੀ ਆ। ਸੋ ਪੂਰੀ ਦੁਨੀਆ ਦੇ ਅਗਰ ਸਾਰੀ ਮੁਲਕਾਂ ਵੇਖਾਂ ਤਾਂ ਜਰਮਨ ਇਕਨੋਮੀ ਵਾਈਜ਼ ਚੌਥੇ ਨੰਬਰ ਦੇ ਉੱਪਰ ਆ। ਇਹ ਗੱਲ ਕੀਤੀ ਜਾਵੇ ਕਿ ਕੁਆਲਿਟੀ ਆਫ ਲਾਈਫ ਬਹੁਤ ਹੈ ਜਰਮਨ ਦੇ ਵਿੱਚ। ਜਰਮਨ ਇੰਨਾ ਡਿਵੈਲਪ ਹੈ ਕਿ ਵਾਕਈ ਜਿੱਦਾਂ ਹਮੇਸ਼ਾ ਕਿਹਾ ਜਾਂਦਾ ਵੀ ਕਿ ਉੱਥੇ ਕੋਈ ਵੀ ਚੀਜ਼ ਬਣਨ ਵਾਲੀ ਨਹੀਂ ਹੈ, ਇੱਕ ਇੱਟ ਵੀ ਚੱਕ ਕੇ ਦੂਜੇ ਪਾਸੇ ਰੱਖਣ ਵਾਲੀ ਨਹੀਂ ਹੈ। ਸੋ ਡਿਵੈਲਪਿੰਗ ਦਾ ਮਤਲਬ ਇਹ ਹੈ ਕਿ ਤੁਹਾਡੇ ਰੋਜ਼-ਰੋਜ਼ ਸੜਕਾਂ ਬਣ ਰਹੀਆਂ, ਰੋਜ਼-ਰੋਜ਼ ਰਫ਼ਤਾਰ ਜ਼ਿੰਦਗੀ ਦੀ ਚੱਲ ਰਹੀ ਹੈ। ਸੋ ਇਹਨੂੰ ਅਸੀਂ ਡਿਵੈਲਪਮੈਂਟ ਦੇ ਨਾਲ ਜੋੜਦੇ ਹਾਂ। ਸੋ ਉਹ ਜੋ ਬਣਨਾ ਸੀ ਅੱਜ ਤੋਂ 100 ਸਾਲ ਪਹਿਲਾਂ ਬਣ ਗਿਆ, 50 ਸਾਲ ਪਹਿਲਾਂ ਬਣ ਗਿਆ। ਸੋ ਇਟਸ ਆਲ ਡਨ। ਜੀ। ਸੋ ਜਰਮਨ ਯੈਸ ਬਿਲਕੁਲ ਜਿੱਦਾਂ ਤੁਸੀਂ ਕਿਹਾ ਕਿ ਜਰਮਨ ਫ੍ਰੀ ਐਜੂਕੇਸ਼ਨ ਟੂ ਦਾ ਵਰਲਡ, ਇਹ ਬਿਲਕੁਲ ਸਹੀ ਹੈ। ਜਰਮਨ ਜਿੰਨੀਆਂ ਪਬਲਿਕ ਯੂਨੀਵਰਸਿਟੀਜ਼ ਨੇ, ਸਰਕਾਰੀ ਯੂਨੀਵਰਸਿਟੀਜ਼ ਨੇ, ਉੱਥੇ ਤੁਹਾਨੂੰ ਪੜ੍ਹਾਈ ਬਿਲਕੁਲ ਮੁਫਤ ਹੈ। ਜੀ। ਪਰ ਹੁਣ ਮਸਲਾ ਇਹ ਹੈ ਕਿ ਤੁਸੀਂ ਉੱਥੇ ਡਾਇਰੈਕਟਲੀ ਪੜ੍ਹੋਗੇ ਕਿੱਦਾਂ? ਬਿਕੋਜ਼ ਉੱਥੇ ਜਰਮਨ ਲੈਂਗੁਏਜ ਵਿੱਚ ਪੜ੍ਹਾਈ ਹੁੰਦੀ ਹੈ। ਜੀ। ਸੋ ਫਿਰ ਵੀ ਬਹੁਤ ਸਾਰੇ ਸਾਡੇ ਸਟੂਡੈਂਟਸ ਆਲਮੋਸਟ ਅਸੀਂ 2000 ਅਸੀਂ ਰਾਇਲ ਟਰੈਵਲਸ ਤੋਂ 2017 'ਚ ਅਸੀਂ ਜਰਮਨੀ ਨੂੰ ਲਾਂਚ ਕੀਤਾ ਸੀ, ਔਰ ਅਸੀਂ ਆਲਮੋਸਟ 150-200 ਏਜੰਸੀਜ਼ ਨੂੰ ਇੱਕੋ ਟਾਈਮ ਅਸੀਂ ਜਾਗਰੂਕ ਕੀਤਾ, ਤੇ ਉਦੋਂ ਉਸ ਟਾਈਮ ਦੇ ਵਿੱਚ 500-600 ਸਟੂਡੈਂਟ ਤੱਕ ਇੱਥੋਂ ਜਰਮਨ ਗਿਆ। ਸੋ ਜਰਮਨ ਬੇਸਿਕਲੀ ਜਿਹਨੂੰ ਅਸੀਂ ਕਹਿੰਦੇ ਕਿ ਸੋਸ਼ਲ ਸਿਕਿਉਰਿਟੀ ਬਹੁਤ ਸਟਰੋਂਗ ਆ, ਬਟ ਜਿਹੜੀ ਪਾਪੂਲੇਸ਼ਨ ਆ ਉਹ ਏਜਿੰਗ ਆ। ਸੋ ਸੋਸ਼ਲ ਸਿਕਿਉਰਿਟੀ ਦਾ ਭਾਰ ਚੱਕਣ ਨੂੰ ਹੁਣ ਕੋਈ ਯੰਗ ਬੰਦੇ ਚਾਹੀਦੇ ਨੇ। ਸੋ ਇਸ ਕਰਕੇ ਦੇ ਆਰ ਇਨਵੈਸਟਿੰਗ ਔਨ ਯੂਰ ਐਜੂਕੇਸ਼ਨ ਕਿ ਤੁਸੀਂ ਆਓ ਤੇ ਉੱਥੇ ਜਾ ਕੇ ਸੈਟਲਮੈਂਟ ਤੱਕ ਦੀਆਂ ਪੋਸੀਬਿਲਿਟੀਜ਼ ਹੈਗੀਆਂ ਨੇ ਜਰਮਨ ਦੇ ਵਿੱਚ। ਸੋ ਜਰਮਨ ਦੇ ਵਿੱਚ ਹੁਣ ਕਰਨਾ ਕੀ ਹੁੰਦਾ ਕਿ ਤੁਹਾਡੇ ਕੋਲ 2-3 ਤਰੀਕੇ ਦੀ ਪੜ੍ਹਾਈ ਹੈ। ਇੱਕ ਤਾਂ ਹੈਗਾ ਕਿ ਤੁਸੀਂ ਡਾਇਰੈਕਟਲੀ ਪਬਲਿਕ ਯੂਨੀਵਰਸਿਟੀਜ਼ ਜਾਓ। ਜੀ। ਸੋ ਪਬਲਿਕ ਯੂਨੀਵਰਸਿਟੀਜ਼ ਲਈ ਤੁਹਾਨੂੰ ਉਹਦਾ ਲੈਂਗੁਏਜ ਦਾ ਲੈਵਲ ਥੋੜ੍ਹਾ ਬਹੁਤ ਕਰਨਾ ਹੁੰਦਾ, ਉੱਥੇ ਬਹੁਤ ਸਾਰੀਆਂ ਇੱਥੇ ਏਜੰਸੀਜ਼ ਕਰਵਾ ਵੀ ਦਿੰਦੀਆਂ ਨੇ। ਸੋ ਅਗਰ ਤੁਸੀਂ ਕਰ ਲਓਗੇ, ਤੁਸੀਂ ਡਾਇਰੈਕਟਲੀ ਪਬਲਿਕ ਯੂਨੀਵਰਸਿਟੀ ਪੜ੍ਹਨ ਚੱਲ ਜਾਓਗੇ। ਸੋ ਅਗਰ ਨਹੀਂ ਡਾਇਰੈਕਟਲੀ ਜਾਣਾ ਚਾਹੁੰਦੇ ਜਾਂ ਤੁਸੀਂ ਨਹੀਂ ਕੁਝ ਕਰਨਾ ਚਾਹੁੰਦੇ, ਬਿਕੋਜ਼ ਸਾਡੇ ਪੰਜਾਬੀ ਨੇ ਪਿੱਛੇ ਜੇ ਕੈਨੇਡਾ ਨੂੰ ਵੀ ਨਕਾਰਿਆ ਵੀ ਜਦ ਤੱਕ ਕੈਨੇਡਾ ਪਹੁੰਚ ਕੇ ਪੜ੍ਹਾਈ ਕਰਨੀ ਆ, ਆਨਲਾਈਨ ਨਹੀਂ ਕਰਨੀ। ਜੀ। ਸੋ ਜੇ ਪੈਸੇ ਕੈਨੇਡਾ ਦੇ ਖਰਚੇ ਆ ਤਾਂ ਫਿਰ ਕੈਨੇਡਾ ਜਾ ਕੇ ਪੜਾਂਗੇ, ਇੱਥੇ ਪੰਜਾਬ 'ਚ ਨਹੀਂ ਪੜਾਂਗੇ। ਜੀ। ਸੋ ਇਸੇ ਤਰੀਕੇ ਨਾਲ ਅਗਰ ਇਸ ਫਾਰਮੂਲੇ ਦੇ ਉੱਪਰ ਜਾਣਾ ਚਾਹੁੰਦੇ ਹੋ, ਸੋ ਜਰਮਨ ਦੇ ਵਿੱਚ ਬਹੁਤ ਸਾਰੀਆਂ ਯੂਨੀਵਰਸਿਟੀਜ਼ ਆ ਜਿਨ੍ਹਾਂ ਦੇ ਨਾਲ ਪ੍ਰੀ ਸਕੂਲਸ ਨੇ, ਜਿਹਨੂੰ ਅਸੀਂ ਕਹਿੰਦੇ ਯੂਨੀਵਰਸਿਟੀ ਪਾਥਵੇ ਪ੍ਰੋਗਰਾਮਸ। ਜੀ। ਸੋ ਤੁਸੀਂ ਸਾਲ ਖੰਡ ਦੀ ਪੜ੍ਹਾਈ ਜਾ ਕੇ ਉੱਥੇ ਕਰਦੇ ਹੋ, ਵਿਚ ਇਜ਼ ਪੇਡ। ਸੋ ਪਹਿਲਾ ਸਾਲ ਪੇਡ ਆ, ਉਸ ਤੋਂ ਬਾਅਦ ਜਿਹੜਾ ਸੈਕੰਡ ਈਅਰ, ਥਰਡ ਈਅਰ, ਵਟਐਵਰ ਜਿੰਨੀ ਵੀ ਐਜੂਕੇਸ਼ਨ ਮਗਰ ਲਈ ਜਾਂਦੀ ਉਹ ਸਾਰੀ ਦੀ ਸਾਰੀ ਫ੍ਰੀ ਹੈ। ਜੀ। ਔਰ ਇੱਥੇ ਡਿਗਰੀ ਕੰਪਲੀਟ ਕਰਨ ਤੋਂ ਬਾਅਦ ਸਟੂਡੈਂਟ ਨੂੰ ਜਿੱਦਾਂ ਇੰਗਲੈਂਡ ਨੇ 2 ਸਾਲ ਦਾ ਵਰਕ ਪਰਮਿਟ ਕੀਤਾ, ਜਰਮਨੀ ਨੇ 1.5 ਸਾਲ ਦਾ ਵਰਕ ਪਰਮਿਟ ਕੀਤਾ ਹੈ। ਔਰ ਸੇਮ ਉਹੀ ਫਾਰਮੂਲਾ ਕਿ ਅਗਰ ਤੁਸੀਂ 5 ਸਾਲ ਕੰਮ ਕਰ ਗਏ ਤੇ ਤੁਹਾਡੀ PR ਵੀ ਹੋ ਜਾਏਗੀ। ਸੋ ਬਿਕੋਜ਼ ਜਿੱਦਾਂ ਤੁਸੀਂ ਤੁਹਾਨੂੰ ਜਦੋਂ ਵਰਕ ਪਰਮਿਟ ਮਿਲਿਆ ਤੇ ਤੁਹਾਡੀ ਉਦੋਂ ਜਿੱਦਾਂ ਜੌਬ ਮਿਲ ਗਈ ਤੁਹਾਨੂੰ, ਉਸ ਤੋਂ ਬਾਅਦ ਜਿੱਦਾਂ ਤੁਸੀਂ ਜੌਬ ਲਈ ਤੁਹਾਡੀ ਇਮੀਡੀਏਟਲੀ ਟੈਂਪਰੇਰੀ ਰੈਜ਼ੀਡੈਂਸੀ ਪੈ ਜਾਂਦੀ ਹੈ। ਸੋ ਉਸ ਤੋਂ ਬਾਅਦ ਅਗਰ ਤੁਸੀਂ ਕੰਮਕਾਰ ਲੱਭ ਲਿਆ ਤਾਂ ਤੁਹਾਨੂੰ ਇਹ ਪਰਮਾਨੈਂਟ ਰੈਜ਼ੀਡੈਂਸੀ ਹੈ। ਸੋ ਦੂਸਰਾ ਇੱਕ ਹੋਰ ਤਰੀਕਾ ਆ
ਕਿ ਸਪੋਜ਼ ਕਰੋ ਤੁਸੀਂ ਜਰਮਨ ਲੈਂਗੁਏਜ ਬਲੀਵ ਨਹੀਂ ਕਰਦੇ ਕਿ ਮੈਂ ਲਾਈਕ ਬਾਅਦ 'ਚ ਕੁਛ ਕਰਨਾ ਜਾਂ ਵਾਪਸ ਮੁੜਨਾ ਜਾਂ ਕੁਛ ਵੀ ਮੇਰੇ ਨਾਲ ਜਰਮਨ ਲੈਂਗੁਏਜ ਦਾ ਕੋਈ ਤਾਲਮੇਲ ਨਹੀਂ ਹੈ, ਮੈਂ ਫੋਰਨ ਲੈਂਗੁਏਜ ਦੇ ਵਿੱਚ ਨਹੀਂ ਜਾਣਾ ਚਾਹੁੰਦਾ। ਦੂਸਰੀਆਂ ਹੈਗੀਆਂ ਕਿ ਉੱਥੇ ਬਹੁਤ ਸਾਰੀਆਂ ਇੰਗਲਿਸ਼ ਯੂਨੀਵਰਸਿਟੀਜ਼ ਨੇ ਜਿਨ੍ਹਾਂ 'ਚ ਤੁਸੀਂ ਪੜ੍ਹ ਸਕਦੇ ਹੋ, ਬਟ ਉਹ ਸਾਰੀਆਂ ਦੀਆਂ ਸਾਰੀਆਂ ਪੇਡ ਨੇ, ਪੇਡ ਯੂਨੀਵਰਸਿਟੀ। ਸੋ ਇੱਥੇ ਅਸੀਂ ਐਜੂਕੇਸ਼ਨ ਨੂੰ ਇੰਪੋਰਟੈਂਸ ਦੇਣ ਦਾ ਪਰਪਸ ਕੀ ਹੈ, ਬਿਕੋਜ਼ ਬਹੁਤ ਸਾਰੇ ਕੰਟਰੀ ਸੀਗੇ ਜਦੋਂ ਵੀ ਰਾਇਲ ਟਰੈਵਲਸ ਤੋਂ ਵੀ ਕੰਮ ਕਰਦੇ ਹਾਂ, ਅਸੀਂ ਹਮੇਸ਼ਾ ਹੀ ਵੇਖਦੇ ਹਾਂ ਕਿ ਕਿਹੜੇ ਕੰਟਰੀ ਨੂੰ ਰਿਕਰੂਟਮੈਂਟ ਕੀਤੀ ਜਾਵੇ। ਜੀ, ਮਿਸਾਲ ਦੇ ਤੌਰ ਤੇ ਅਸੀਂ ਕਦੀ ਸਿੰਗਾਪੁਰ ਨੂੰ ਜਾਂ ਸਾਈਪਰਸ ਨੂੰ ਸਟੂਡੈਂਟਸ ਨਹੀਂ ਭੇਜੇ ਅੱਜ ਤੱਕ, ਬਿਕੋਜ਼ ਉੱਥੇ ਬੱਚਾ ਅੱਜ ਜਾਂਦਾ ਆ, ਸਾਲ ਬਾਅਦ ਘੁੰਮ ਕੇ ਵਾਪਸ ਉਸੇ ਜਗ੍ਹਾ ਤੇ ਆ ਕੇ ਖੜ ਜਾਂਦਾ ਕਿ ਅੱਛਾ ਮੈਂ ਸਾਲ ਪਹਿਲਾਂ ਕੀ ਕਰਦਾ ਸੀ, ਉੱਥੇ ਕੁਝ ਪੈਸੇ ਖਰਚੇ, ਉੱਥੇ ਪਹੁੰਚਿਆ ਉਸ ਮੁਲਕ ਦੇ ਵਿੱਚ, ਸਾਲ ਬਾਅਦ ਵਾਪਸ ਆ ਗਏ, ਫਿਰ ਉਸੇ ਜਗ੍ਹਾ ਤੇ ਖੜ ਗਿਆ ਕਿ ਅੱਛਾ ਮੈਂ ਹੁਣ ਗਾਂ ਕੀ ਕਰਾਂ। ਸੋ ਤੁਹਾਡੀ ਲਾਈਫ ਦੇ ਵਿੱਚ ਗਾਂ ਫਰਦਰ ਤਰੱਕੀ ਨਹੀਂ ਹੁੰਦੀ, 1 ਸਾਲ ਜ਼ਰੂਰ ਘੱਟ ਜਾਂਦਾ ਹੈ। ਜੀ। ਸੋ ਅਸੀਂ ਇੱਕ ਟਰਮ ਯੂਜ਼ ਕਰਦੇ ਉਹਨੂੰ ਬੋਲਦੇ ਸੀ ਪਰਫੈਕਟ ਐਜੂਕੇਸ਼ਨ ਡੈਸਟੀਨੇਸ਼ਨ, ਜਿੱਦਾਂ USA, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਔਰ ਇੰਗਲੈਂਡ, ਜਰਮਨੀ, ਇਹ ਉਹ ਮੁਲਕ ਆ ਜਿੱਥੇ ਤੁਸੀਂ ਇੱਕ ਵਾਰੀ ਲਾਈਫ ਦੇ ਵਿੱਚ ਪੈਸੇ ਖਰਚ ਰਿਹਾ ਸਟੂਡੈਂਟ ਤੇ ਉਹਨੂੰ ਦੁਬਾਰਾ ਰਿਗਰੈਟ ਨਾ ਕਰਨਾ ਪਵੇ, ਦੁਬਾਰਾ ਉਹਨੂੰ ਵਾਪਸੀ ਦਾ ਰਾਹ ਨਾ ਵੇਖਣਾ ਪਵੇ, ਉਹਦੀ ਐਜੂਕੇਸ਼ਨ ਉਹਦੀ ਲਾਈਫ 'ਚ ਸਾਥ ਦੇਵੇ, ਉਹਦਾ ਕਰੀਅਰ 'ਚ ਜਿਹੜੀ ਐਜੂਕੇਸ਼ਨ ਉਹਦੀ ਇੰਪੋਰਟੈਂਸ ਬਣੀ ਜਾਵੇ, ਉੱਥੇ ਜਾ ਕੇ ਕੰਮਕਾਰ ਕਰ ਸਕੇ ਔਰ ਸੈਟਲਮੈਂਟ ਵੀ ਲੈ ਸਕੇ। ਸੋ ਇਹ ਪੈਮਾਨਾ ਹੈ ਜਿਹਦੇ ਉੱਪਰ ਅਸੀਂ ਕੰਮ ਕਰਦੇ ਹਾਂ। ਸੋ ਜਰਮਨੀ ਇਸ ਪੈਮਾਨੇ 'ਚ ਖਰਾ ਉਤਰਿਆ, ਇਸੇ ਕਰਕੇ ਹੀ ਜਰਮਨ ਦੀ ਐਜੂਕੇਸ਼ਨ ਨੂੰ ਪ੍ਰਮੋਟ ਕੀਤਾ ਗਿਆ। ਔਰ ਜਰਮਨ ਦੀ ਐਜੂਕੇਸ਼ਨ ਇੰਨੀ ਇੰਪੋਰਟੈਂਟ ਕਿਉਂ ਆ, ਬਿਕੋਜ਼ ਅਗਰ ਤੁਸੀਂ ਇੰਜੀਨੀਅਰਿੰਗ ਦਾ ਨਾਮ ਲੈਂਦੇ ਹੋ ਜੀ ਤੇ ਜਰਮਨ ਨੂੰ ਮੱਕਾ ਕਿਹਾ ਜਾਂਦਾ ਹੈ। ਸੋ ਜਿੱਦਾਂ ਸਾਡੇ ਕੋਲ ਵੀ ਤੁਹਾਡੇ ਹੱਥ ਕੋਈ ਚੀਜ਼ ਫੜੀ ਹੈ, ਤੁਸੀਂ ਕਹੋਗੇ ਇਹ ਮੇਡ ਇਨ ਚਾਈਨਾ ਆ, ਤੇ ਇੱਥੇ ਸਾਡਾ ਨਾ ਲਾਈਕ ਵੀ ਹੈਵਨ ਰੇਜ਼ਡ ਆਈਬਰੋ ਕਿ ਯਾਰ ਇਹ ਪਤਾ ਨਹੀਂ ਸਹੀ ਹੋਣੀ ਕਿ ਨਹੀਂ ਹੋਣੀ, ਵੀ ਸਾਡੇ ਮਨ 'ਚ ਪਹਿਲਾਂ ਇਹ ਭਾਵੇਂ ਜਿੱਡੀ ਮਰਜ਼ੀ ਖਰੀ ਚੀਜ਼ ਹੋਵੇ ਚਾਈਨੀਜ਼ ਆ ਤੇ ਸਾਨੂੰ ਆ ਜਾਂਦਾ ਵੀ ਚਾਈਨਾ ਦਾ ਮਾਲ ਹੈ, ਸ਼ਾਇਦ ਇਹ ਗੜਬੜ ਵਾਲਾ ਹੋਏਗਾ। ਸੋ ਪੂਰੀ ਦੁਨੀਆ ਦੇ ਵਿੱਚ ਇਦਾਂ ਮੰਨਿਆ ਜਾਂਦਾ ਕਿ ਅਗਰ ਤੁਸੀਂ ਬੋਲਦੇ ਹੋ ਕਿ ਇਹ ਜਰਮਨ ਦੀ ਚੀਜ਼ ਹੈ ਜੀ, ਇਹਦਾ ਮਤਲਬ ਹੈ ਕਿ ਇਸ ਤੋਂ ਬਿਹਤਰ ਹੋ ਨਹੀਂ ਸਕਦਾ। ਸੋ ਦੁਨੀਆ ਦੀਆਂ ਜਿੰਨੀਆਂ ਫਸਟ ਕਲਾਸ ਕਾਰਾਂ ਨੇ, ਲਗਜ਼ਰੀ ਗੱਡੀਆਂ ਨੇ, ਤੁਸੀਂ ਫੋਕਸਵੈਗਨ ਤੋਂ ਸ਼ੁਰੂ ਹੋ ਜਾਓ, ਮਰਸੀਡੀਜ਼, ਬੈਂਟਲੇ, ਪੋਰਸ਼, ਬੁਗਾਟੀ, ਰੋਲਸ ਰਾਇਸ, ਦੁਨੀਆ ਦੀਆਂ ਜਿੰਨੀਆਂ ਲਗਜ਼ਰੀ ਕਾਰਾਂ ਨੇ ਇਹ ਸਾਰੇ ਜਰਮਨ ਦੇ ਬ੍ਰਾਂਡਸ ਨੇ। ਸੋ ਤੁਸੀਂ ਇਹਦੇ ਨਾਲ ਆਟੋ ਇੰਡਸਟਰੀ ਦੇ ਵਿੱਚ ਦੇਖੋ ਕਿ ਪੂਰੀ ਬਾਦਸ਼ਾਹਤ ਹੈ ਇਸ ਮੁਲਕ ਦੀ। ਇਹ ਇਕੱਲਾ ਮੁਲਕ ਆ ਜਿਹਦੇ ਸਭ ਤੋਂ ਵੱਧ ਲਗਜ਼ਰੀ ਬ੍ਰਾਂਡਸ ਨੇ ਕਾਰਾਂ ਦੇ ਵਿੱਚ, ਔਰ ਇੰਜੀਨੀਅਰਿੰਗ ਦੀ ਦੁਨੀਆ ਦੇ ਵਿੱਚ ਇਸ ਤੋਂ ਉੱਪਰ ਕੋਈ ਨਹੀਂ ਹੈ। ਸੋ ਇਸੇ ਕਰਕੇ ਜਰਮਨ ਨੂੰ ਲੈਂਡ ਆਫ ਆਈਡੀਆਜ਼ ਵੀ ਕਿਹਾ ਜਾਂਦਾ ਕਿ ਜਿੱਥੇ ਨਵੇਂ ਵਿਚਾਰਾਂ ਦੀ ਦੁਨੀਆ ਹੈ। ਸੋ ਯੈਸ, ਇਹ ਸਾਰਾ ਕੁਝ ਨਵੇਂ ਸਟੂਡੈਂਟਸ ਜਾਣਗੇ ਉੱਥੇ, ਨਵੇਂ ਸਟੂਡੈਂਟਸ ਲਈ ਲਾਹੇਵੰਦ ਵੀ ਹੋਏਗਾ। ਔਰ ਕਈ ਵਾਰੀ ਨਵੇਂ ਸਟੂਡੈਂਟਸ ਨੂੰ ਬਹੁਤ ਜ਼ਿਆਦਾ ਸਮਝ ਨਹੀਂ ਹੈ। ਮੈਂ ਬੜੀ ਵਾਰੀ ਜਦੋਂ ਅਸੀਂ ਲਾਈਕ ਸਟਾਫ ਨੂੰ ਜਾਂ ਟ੍ਰੇਨਿੰਗ ਵੀ ਕਰਦੇ ਹਾਂ, ਅਸੀਂ ਹਮੇਸ਼ਾ ਕਹਿੰਦੇ ਹੁੰਦੇ ਕਿ ਜਦੋਂ ਜਰਮਨ ਦੀ ਗੱਲ ਕਰਦੇ ਹੋ, ਐਜੂਕੇਸ਼ਨ ਦੀ ਗੱਲ ਕਰਦੇ ਹੋ, ਉਹਦੇ ਫਾਦਰ ਨੂੰ ਦੱਸੋ ਜੀ, ਉਹਦੇ ਫਾਦਰ ਨੂੰ ਪਤਾ ਕਿ ਜਰਮਨੀ ਕੀ ਹੈ, ਬਿਕੋਜ਼ ਬੱਚਿਆਂ ਨੂੰ US, ਕੈਨੇਡਾ ਤੋਂ ਇਲਾਵਾ ਨਹੀਂ ਕਿਸੇ ਦੂਸਰੇ ਮੁਲਕ ਦਾ ਪਤਾ। ਸੋ ਜਰਮਨ ਇੱਦਾਂ ਦਾ ਇੱਕ ਲੁਕਿਆ ਹੀਰਾ ਹੈ ਜਿਹਦੇ ਉੱਪਰ ਅਗਰ ਸਟੂਡੈਂਟਸ ਜਾਣ ਦੀ ਸੋਚਦੇ ਨੇ, ਅਗਰ ਤੁਸੀਂ 1 ਸਾਲ ਦੀ ਕਾਸਟ ਲਾਉਂਦੇ ਵੀ ਹੋ, ਉਸ ਤੋਂ ਬਾਅਦ ਤਮਾਮ ਐਜੂਕੇਸ਼ਨ ਜਿਹੜੀ ਟੋਟਲ ਫ੍ਰੀ ਹੈ। ਅੱਛਾ, ਕਿੰਨੀ ਕਾਸਟ ਹੈ ਜੀ? ਤੁਸੀਂ ਕਾਸਟ ਦੀ ਗੱਲ ਕਰ ਰਹੇ ਹੋ ਤਾਂ ਫਿਰ 1 ਸਾਲ ਦੀ ਕਾਸਟ ਜੀ ਲੈ ਕੇ ਚੱਲੀਏ ਤਾਂ ਕਿੰਨੇ ਕਿਦੀ? ਕਾਸਟ ਘੱਟ ਹੈ, ਬਜਟ ਵੱਧ ਹੈ। ਸੋ ਇਹਦਾ ਮਤਲਬ ਕੀ ਹੈ, ਮੈਂ ਵੀ ਸਮਝਾ ਦਿੰਦਾ। ਸੋ ਕਾਸਟਿੰਗ ਜਿਹੜੀ ਆ ਉਹ 6-7 ਹਜ਼ਾਰ ਯੂਰੋ ਤੋਂ ਸ਼ੁਰੂ ਹੋ ਜਾਂਦੀ ਹੈ ਫੀਸ, ਯੂਨੀਵਰਸਿਟੀਜ਼ ਜਿਹੜੀ ਪਾਥਵੇ ਵਾਲੀਆਂ ਨੇ। ਸੋ ਕੁਛ ਦੀ ਜਿਹੜੀ ਫੀਸ ਆ ਵੱਧ ਵੀ ਹੈ, ਜਿੱਦਾਂ ਇੰਗਲਿਸ਼ ਯੂਨੀਵਰਸਿਟੀਆਂ 10-15 ਹਜ਼ਾਰ ਯੂਰੋ ਤੱਕ ਵੀ ਹੈ। ਸੋ ਇਹ ਐਨੂਅਲ ਫੀਸ ਆ। ਸੋ 5-6 ਹਜ਼ਾਰ ਯੂਰੋ ਤੋਂ ਸ਼ੁਰੂ ਹੋ ਜਾਂਦੀਆਂ ਨੇ ਫੀਸਾਂ, ਜਿਹਦੇ 'ਚ ਕਿ ਤੁਸੀਂ ਬਹੁਤ ਜ਼ਿਆਦਾ ਕਾਸਟ ਨਹੀਂ, ਅਗਰ ਆਪਾਂ ਦੇਖਦੇ ਬਾਕੀ ਕੰਟਰੀਜ਼ ਦੇ ਕੰਪੈਰੇਟਿਵ ਬਹੁਤ ਜ਼ਿਆਦਾ ਕਾਸਟ ਨਹੀਂ ਹੈਗੀ। ਪਰ ਜਿੱਦਾਂ ਕੈਨੇਡਾ ਦੇ ਵਿੱਚ GIC ਅਕਾਊਂਟ ਜਾਂਦਾ, ਉੱਥੇ $10,000 ਜਾਂਦਾ ਆ, ਇੱਥੇ 10,236 ਯੂਰੋ ਬੱਚੇ ਨੂੰ ਨਾਲ ਲੈ ਕੇ ਜਾਣੇ ਪੈਂਦੇ ਆ ਜੀ। ਸੋ ਉਹਦਾ ਬਜਟ ਵੱਧ ਗਿਆ, ਬਿਕੋਜ਼ ਜੇਕਰ 9-10 ਲੱਖ ਰੁਪਏ ਉਹਨੂੰ ਆਪਣੀ ਜੇਬ 'ਚ ਅਲੱਗ ਤੋਂ ਪਾ ਕੇ ਲੈ ਕੇ ਜਾਣਾ ਪਏਗਾ, ਜਿਹੜਾ ਕਿ ਉਹਨੂੰ ਹਰ ਮਹੀਨੇ ਇੰਸਟਾਲਮੈਂਟ ਮਿਲਦੀ ਜਾਏਗੀ, ਕਿਸ਼ਤ ਇੱਕ ਮਿਲਣ ਲੱਗ ਪੈਣੀ ਉਹਨੂੰ, ਕਿ ਉਹਨੂੰ 853 ਯੂਰੋ ਹਰ ਮਹੀਨੇ ਦੇ ਵਿਡਰਾਅ ਕਰ ਸਕਦਾ ਜੀ। ਸੋ ਪਰ ਚੰਗੀ ਚੀਜ਼ ਕੀ ਆ ਕਿ ਇਹ ਪੈਸੇ ਉਦੋਂ ਜਾਂਦੇ ਨੇ ਜਦੋਂ ਬੱਚੇ ਦਾ ਵੀਜ਼ਾ ਗ੍ਰਾਂਟ ਹੋ ਜਾਂਦਾ। ਓਕੇ। ਸੋ ਕੈਨੇਡਾ 'ਚ ਅਸੀਂ ਪਹਿਲਾਂ ਪੈਸੇ ਭੇਜਦੇ ਹਾਂ, ਇੱਥੇ ਪੈਸੇ ਅਸੀਂ ਉਦੋਂ ਭੇਜਣੇ ਆ ਜਦੋਂ ਬੱਚੇ ਦਾ ਵੀਜ਼ਾ ਅਪਰੂਵ ਹੋ ਜਾਏਗਾ। ਸੋ ਜਰਮਨ ਬਹੁਤ ਸ਼ਾਨਦਾਰ ਕੰਟਰੀ ਹੈ। ਅਗਰ ਕਿਤੇ ਮੌਕਾ ਮਿਲੇ, ਅਗਰ ਤੁਸੀਂ ਲਾਈਕ ਸਟੂਡੈਂਟਸ ਨੂੰ ਵੀ ਅਗਰ ਜਾਣ ਦਾ ਕਿਤੇ ਮੌਕਾ ਮਿਲੇ, ਤਾਂ ਇਸ ਤੋਂ ਬਿਹਤਰ ਚੀਜ਼ ਇਸ ਸਮੇਂ 'ਚ ਸਟੂਡੈਂਟਸ ਲਈ ਹੋ ਨਹੀਂ ਸਕਦੀ ਜੀ। ਅਰਵਿੰਦਰ ਜੀ, ਜਦੋਂ ਆਪਾਂ ਗੱਲ ਕਰ ਰਹੇ ਹਾਂ, ਤੁਸੀਂ ਕਹਿ ਰਹੇ ਕਿ ਜਰਮਨ ਜਿਹੜਾ ਪ੍ਰੋਫੀਸ਼ੀਐਂਸੀ ਹੈ ਉਹਦੀ ਲੈਂਗੁਏਜ ਦਾ ਟੈਸਟ ਹੈ, ਕੋਈ ਟੈਸਟ ਆਇਲਸ ਵਰਗਾ ਹੁੰਦਾ ਜਾਂ ਕਿਵੇਂ ਹੁੰਦਾ? ਨਹੀਂ, ਜਰਮਨ ਦੇ ਲੈਵਲਸ ਹੁੰਦੇ ਨੇ, ਜਿੱਦਾਂ A1 ਲੈਵਲ ਆ, A2 ਲੈਵਲ ਆ, ਉਸ ਤੋਂ ਬਾਅਦ B1 B2 ਆ। ਸੋ ਇਹ ਲੈਵਲਸ ਨੇ। ਸੋ ਜਿੱਦਾਂ A1 ਬਹੁਤ ਹਲਕਾ ਜਿਹਾ ਟੈਸਟ ਹੁੰਦਾ, ਜਿਹਦੇ ਵਿੱਚ ਕਿ ਤੁਹਾਨੂੰ ਚੀਜ਼ਾਂ ਦੇ ਨਾਮ ਨੇ, ਜਿੱਦਾਂ ਬੁੱਕ, ਕਾਪੀ, ਪੈਨਸਲ, ਲਾਈਕ ਇਦਾਂ ਦੇ ਆ ਜੀ। ਸੋ A1 ਬੱਚੇ, ਬਹੁਤ ਸਾਰੇ ਇਦਾਂ ਦੇ ਵੀ ਸਕੂਲਸ ਹੈਗੇ ਜਰਮਨ ਦੇ ਵਿੱਚ ਜਿਹੜੇ ਕਿ ਸਟੂਡੈਂਟ ਇੱਥੇ ਇੰਡੀਆ ਦੇ ਵਿੱਚ ਹੀ ਆ, ਉਹਦੀਆਂ ਆਨਲਾਈਨ ਕਲਾਸਿਸ ਲਾਉਣ ਲੱਗ ਪੈਂਦੇ ਆ, ਤੇ 1-2 ਲੈਵਲ ਉਹਦੇ ਐਮਬੈਸੀ ਜਾਣ ਤੋਂ ਪਹਿਲਾਂ ਕਲੀਅਰ ਕਰਾ ਦਿੰਦੇ ਆ ਜੀ।
ਸੋ ਸਟੂਡੈਂਟ ਜਦ ਤੱਕ ਐਮਬੈਸੀ ਜਾਂਦਾ ਉਹਨੂੰ ਥੋੜੀ ਬਹੁਤ ਜਰਮਨ ਲੈਂਗੁਏਜ ਵੀ ਆਉਂਦੀ ਹੁੰਦੀ ਹੈ ਜੀ। ਸੋ ਉਹਦੇ ਲਈ ਉਹ ਐਡਵਾਂਟੇਜ ਮਿਲ ਜਾਂਦੀ ਕਿ ਵੀਜ਼ਾ ਚਾਂਸਸ ਬਹੁਤ ਜ਼ਿਆਦਾ ਵੱਧ ਜਾਂਦੇ ਆ। ਅੱਛਾ, ਜਦੋਂ ਫਿਰ ਆਪਾਂ ਗੱਲ ਕਰਦੇ ਹਾਂ, ਚਲੋ A ਲੈਵਲ ਤੋਂ ਬਾਅਦ ਬੱਚਾ ਜਿਹੜਾ ਹੈ ਉਹ ਯੂਨੀਵਰਸਿਟੀ 'ਚ ਦਾਖਲਾ ਲੈ ਸਕਦਾ ਹੈ ਕਿ ਨਹੀਂ? ਜੇ ਤੇ ਉਹ C1 ਤੋਂ ਬਾਅਦ ਹੁੰਦਾ ਹੈ। ਉਹ C1 ਤੋਂ ਬਾਅਦ C1 ਤੋਂ ਬਾਅਦ ਬਿਕੋਜ਼ A1 A2 B1 B2 C1 ਦੇ ਉੱਪਰ ਜਾ ਕੇ ਯੂਨੀਵਰਸਿਟੀ ਜਾਂਦਾ ਹੈ। ਸੋ ਜਿਹੜੇ A ਲੈਵਲਸ ਨੇ, ਜਿਵੇਂ ਦੱਸਿਆ ਕਿ ਜਿਹੜੇ ਪ੍ਰੀ ਸਕੂਲਸ ਨੇ ਜੀ, ਉੱਥੇ ਜਾ ਕੇ ਬੱਚੇ ਪੜ੍ਹਦੇ। ਔਰ ਜਰਮਨ ਦੇ ਵਿੱਚ ਜੇਕਰ ਤੁਸੀਂ ਰਹਿਣਾ ਚਾਹੁੰਦੇ ਹੋ, ਜਰਮਨ ਲੈਂਗੁਏਜ ਕਾਫੀ ਅਹਿਮ ਆ, ਕਾਫੀ ਜ਼ਰੂਰੀ ਹੈ ਜੀ, ਬਿਕੋਜ਼ ਅਗਰ ਤੁਸੀਂ ਇੰਗਲਿਸ਼ ਯੂਨੀਵਰਸਿਟੀ 'ਚ ਵੀ ਪੜ੍ਹਦੇ ਹੋ, ਪੜ੍ਹਾਉਣੀ ਜਰਮਨ ਉਹਨਾਂ ਨੇ ਵੀ ਹੈ ਤੁਹਾਨੂੰ। ਬਿਲਕੁਲ। ਸੋ ਇਹ ਤੋਂ ਬਚਾ ਨਹੀਂ ਹੋਣਾ। ਸੋ ਤੁਸੀਂ ਉਸ ਸਮਾਜ 'ਚ ਵੀ ਰਹਿਣਾ ਹੈ। ਅਬ ਮੈਂ ਇੱਕ ਦੋ ਵਾਰੀ ਯੂਰਪ ਇਸੇ ਸਿਲਸਿਲੇ 'ਚ ਗਿਆ ਤੇ ਔਰ ਮਤਲਬ ਤੁਹਾਨੂੰ ਇੱਦਾਂ ਦੇ ਰਿਮੋਟ ਕੰਟਰੀਜ਼ ਨੇ, ਜਰਮਨ ਦੀ ਨਹੀਂ, ਮੈਂ ਕਿਸੇ ਹੋਰ ਮੁਲਕ ਦੀ ਗੱਲ ਕਰ ਰਿਹਾ, ਕਿ ਤੁਸੀਂ ਪਾਣੀ ਵੀ ਮੰਗਣਾ ਹੋਵੇ, ਜਦ ਤੱਕ ਉਹਨਾਂ ਲੋਕਲ ਲੈਂਗੁਏਜ ਨਹੀਂ ਜਾਣਦੇ, ਕਿਸੇ ਨੂੰ ਪਾਣੀ ਨਹੀਂ ਪਤਾ, ਬੱਸ ਨਹੀਂ ਪਤਾ, ਟ੍ਰੇਨ ਨਹੀਂ ਪਤਾ। ਸੋ ਜਦੋਂ ਅਸੀਂ ਨਵੇਂ ਯੂਰਪ ਦੇ ਵਿੱਚ ਜਾਣਾ ਸ਼ੁਰੂ ਹੋਇਆ, ਅੱਜ ਤੋਂ 15-20 ਸਾਲ ਪੁਰਾਣੀਆਂ ਗੱਲਾਂ ਨੇ, ਤਾਂ ਮਤਲਬ ਉਦੋਂ ਲੱਗਦਾ ਸੀ ਕਿ ਇੱਥੇ ਲੋਕ ਕੋਈ ਆਏ ਹੀ ਨਹੀਂ ਆ ਜੀ। ਸੋ ਜਾ ਕੇ ਤੁਹਾਡਾ ਲੈਂਗੁਏਜ ਦੀਆਂ ਬੜੀਆਂ ਜਿਹਦੇ ਬੜੇ ਹਾਸੋਹੀਣੇ ਮਤਲਬ ਵਾਕਿਆ ਹੋ ਜਾਂਦੇ ਹੁੰਦੇ ਕਿ ਤੁਸੀਂ ਗੱਲ ਗੁੰਗਿਆਂ ਵੱਲੋਂ ਕਿਸੇ ਨੂੰ ਸਮਝਾਉਂਦੇ ਸੀ ਕਿ ਮੈਨੂੰ ਚਾਹੀਦਾ ਕੀ ਹੈ। ਅੱਛਾ, ਫਿਰ ਜਦੋਂ ਆਪਾਂ ਜਰਮਨ ਦੀ ਗੱਲ ਕਰਦੇ ਹਾਂ, ਤੁਸੀਂ ਕਿਹਾ ਵੀ ਜਿਹੜਾ ਹੈ ਉਹਨੂੰ ਇੰਨੇ ਬਜਟ ਜ਼ਿਆਦਾ ਵੱਧ ਜਾਂਦਾ, ਤੇ ਕਿੰਨਾ ਕੁ ਬਜਟ ਵੱਧ ਜਾਂਦਾ? ਕਿੰਨਾ ਬਜਟ ਦੱਸਿਆ ਕਿ ਉਹਦੇ ਚ 10,000 ਯੂਰੋ ਇੱਕ ਐਡ ਹੋ ਗਿਆ, ਜਿਹੜਾ ਉਹਨੇ ਨਾਲ ਲੈ ਕੇ ਜਾਣਾ, ਪਲੱਸ ਉਹਦੀ ਯੂਨੀਵਰਸਿਟੀ ਦੀ ਫੀਸ ਹੈ। ਸੋ ਉਹਦਾ 15-20 ਹਜ਼ਾਰ ਦੇ ਕਰੀਬ ਜਿਹੜਾ ਬਜਟ ਆ ਉਹ ਹੋ ਜਾਂਦਾ ਉਹਦੀ ਜਿਹੜਾ ਟੋਟਲ ਆ। ਸੋ 15-20 ਹਜ਼ਾਰ ਦੇ ਵਿੱਚੋਂ ਹਾਲਾਂਕਿ ਜਿਹੜਾ 10,000 ਯੂਰੋ ਉਹਦੀ ਆਪਣੀ ਜੇਬ 'ਚ ਹੀ ਪਿਆ, ਬਟ ਬਜਟ ਵੱਧ ਗਿਆ, ਖਰਚਾ ਘੱਟ ਆ। ਜੀ, ਖਰਚਾ ਘੱਟ ਹੈ। ਠੀਕ ਹੈ, ਚਲੋ ਓਵਰਆਲ ਅਸੀਂ ਇਹ ਗੱਲ ਕਹਿ ਲਈ ਕਿ ਇਹਦੇ ਵਿੱਚ ਫਿਰ ਸਕੋਪ ਵੀ ਜ਼ਿਆਦਾ ਹੈ, ਉਸ ਤੋਂ ਬਾਅਦ ਤੁਹਾਡੀ PR ਵੀ ਜ਼ਿਆਦਾ ਹੈ। ਕਿੰਨੇ ਕੁ ਚਾਂਸਸ ਨੇ ਵੀਜ਼ਾ ਦੇ, ਮਤਲਬ ਜੇ ਹੁਣ ਤੁਸੀਂ ਕਰ ਰਹੇ ਹੋ ਤੇ ਕਿੰਨੇ ਕੁ ਚਾਂਸਸ ਨੇ ਸਕਸੈਸ ਆਫ ਵੀਜ਼ਾ, ਕਿੰਨੇ ਆ? ਵੀਜ਼ਾ ਜਰਮਨ ਦੇ ਵਿੱਚ ਜਿਹੜੇ ਸਟੂਡੈਂਟਸ ਇਹ ਸੋਚ ਕੇ ਜਾਂਦੇ ਨੇ ਕਿ ਸਾਨੂੰ ਨਹੀਂ ਕੁਝ ਆਉਂਦਾ ਤਾਂ ਵੀਜ਼ਾ ਮਿਲ ਜੂਗਾ, ਉਹਨਾਂ ਲਈ ਨਹੀਂ ਇਹ ਮੁਲਕ ਹੈਗਾ। ਬਿਕੋਜ਼ ਤੁਸੀਂ ਜਿੱਦਾਂ ਮਾਰਕੀਟ ਕੀਤਾ ਜਾਂਦਾ, ਮਾਰਕੀਟਿੰਗ ਅਲੱਗ ਚੀਜ਼ ਆ ਜਾਂਦੀ ਹੈ। ਬਿਕੋਜ਼ ਮਾਰਕੀਟਿੰਗ ਸਾਡੇ ਟ੍ਰੇਡ ਦੇ ਵਿੱਚ ਲੋਕ ਬਹੁਤ ਇਦਾਂ ਦੇ ਨੇ ਕਿ ਜਿਹੜੇ ਜਾਦੂ ਨਾਲ ਬਲੀਵ ਕਰਦੇ ਆ ਕਿ ਜੀ ਮੈਂ ਹੱਥ ਲਾਉਂਗਾ ਤੇ ਪਾਰ ਹੋ ਜਾਊਗਾ, ਮੇਰਾ ਹੱਥ ਲਾਊਗਾ ਤੇ ਇਹ ਮਤਲਬ ਤਰ ਜਾਊਗਾ। ਸੋ ਪ੍ਰੈਕਟੀਕਲੀ ਕੀ ਆ ਕਿ ਜਰਮਨ ਦੇ ਵਿੱਚ ਅਗਰ ਸਟੂਡੈਂਟ ਚੰਗਾ ਆ, ਉਹਦੀ ਕਮਿਊਨੀਕੇਸ਼ਨ ਚੰਗੀ ਹੈ, ਸੋ ਇੰਗਲਿਸ਼ ਨਹੀਂ ਵੀ ਚੰਗੀ, ਅਗਰ ਸਮਝਦਾਰ ਹੈ ਔਰ ਥੋੜੀ ਬਹੁਤ ਜਰਮਨ ਸਿੱਖ ਗਿਆ ਤਾਂ ਵੀ ਵੀਜ਼ਾ ਆ ਜਾਂਦਾ। ਸੋ ਵੀਜ਼ਾ ਲੈਣਾ ਕੋਈ ਬਹੁਤ ਜ਼ਿਆਦਾ ਮੁਸ਼ਕਲ ਨਹੀਂ ਹੈਗਾ ਇੱਥੋਂ ਦਾ। ਬਿਲਕੁਲ, ਗੱਲ ਫਿਰ ਉਹੀ ਹੁੰਦੀ ਹੈ ਕਿ ਤੁਹਾਨੂੰ ਜਰਮਨ ਆਉਣੀ ਚਾਹੀਦੀ ਆ ਤੇ ਫਿਰ ਹੀ ਤੁਹਾਡਾ ਵੀਜ਼ਾ ਜਿਹੜਾ ਉਹ ਆ ਸਕਦਾ। ਨਹੀਂ, ਤੁਸੀਂ ਇੰਗਲਿਸ਼ ਦੇ ਵਿੱਚ ਬੜਾ ਵਧੀਆ ਵੀਜ਼ਾ ਲੈ ਸਕਦੇ ਹੋ, ਤੁਹਾਨੂੰ ਇੱਕ ਪਾਸੇ ਹੋਣਾ ਪਊਗਾ। ਜੇ ਤੁਹਾਨੂੰ ਇੰਗਲਿਸ਼ ਬਿਲਕੁਲ ਵੀ ਨਹੀਂ ਆਉਂਦੀ ਫਿਰ ਮੁਸ਼ਕਲ ਹੈ ਜੀ। ਹਾਲਾਂਕਿ ਸ਼ੁਰੂ ਦੇ ਚ ਇਦਾਂ ਵੀ ਰਿਹਾ ਕਿ ਸਟੂਡੈਂਟਸ ਦੀ ਪੰਜਾਬੀ ਚ ਇੰਟਰਵਿਊ ਹੋਈ ਤਾਂ ਉਹਨਾਂ ਦੇ ਵੀਜ਼ਾ ਆਏ, ਬਟ ਇਹ ਮੈਂ 2017 ਦੀ ਗੱਲ ਕਰ ਰਿਹਾ ਜਦੋਂ ਇਹਨੂੰ ਲਾਂਚ ਕੀਤਾ ਸੀ ਅਸੀਂ ਜੀ। ਸੋ ਹੁਣ ਤੇ ਲਾਈਕ ਸਟੂਡੈਂਟਸ ਜਿਹੜੇ ਕੁਆਲਿਟੀ ਸਟੂਡੈਂਟਸ ਆ ਉਹੀ ਨਿਕਲਦੇ ਨੇ। ਬਿਲਕੁਲ, ਉਮੀਦ ਕਰਦੇ ਹਾਂ ਕਿ ਜਿਹੜੇ ਜੈਨੂਨ ਕੇਸ ਨੇ ਜਾਂ ਫਿਰ ਬੱਚੇ ਜਿਹੜੇ ਜਾਣਾ ਚਾਹੁੰਦੇ ਨੇ ਜਰਮਨ ਜਾਂ ਸ਼ੈਨਿਗਨ ਜਾਣਾ ਚਾਹੁੰਦੇ ਨੇ, ਉਹਨਾਂ ਨੂੰ ਪ੍ਰੋਪਰ ਤਰੀਕੇ ਦੇ ਨਾਲ ਰਿਸਰਚ ਕਰਨੀ ਚਾਹੀਦੀ ਹੈ, ਉਸ ਤੋਂ ਬਾਅਦ ਹੱਥ ਪਾਉਣਾ ਚਾਹੀਦਾ ਕਿਸੇ ਮੁਲਕ ਲਈ। ਬਿਲਕੁਲ। ਇਸ ਲੜੀ ਦੇ ਵਿੱਚ ਅਸੀਂ ਹੋਰ ਵੀ ਪ੍ਰੋਗਰਾਮ ਕਰਾਂਗੇ, ਦੱਸਾਂਗੇ ਕਿ ਜਰਮਨ ਦੇ ਵਿੱਚ ਹੋਰ ਕੀ ਆਪਸ਼ਨ ਨੇ ਜਾਂ ਸ਼ੈਨਿਗਨ ਦੇ ਵਿੱਚ ਕੀ ਹੋਰ ਆਪਸ਼ਨ ਨੇ। ਦੇਖਦੇ ਰਹੋ ਪ੍ਰੋਗਰਾਮ ਪੰਜਾਬ ਅਬਰੋਡ, ਪੰਜਾਬ ਮੇਲ USA TV ਦੇ ਉੱਤੇ। ਸਤਿ ਸ਼੍ਰੀ ਅਕਾਲ, ਧੰਨਵਾਦ।